के नाशक विघ्नन के नाशक श्री हरगोबिंद शोभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम किरपाला परम किरपाला श्री गुरु गोबिंद सिंह बेसाला तरो धरा पर पुन पुन शीसा पुन पुन शीसा बंदों बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदित बंदों कर अनुराग एकंकारा सतगुरु तह प्रसाद सच होए वाहिगुरु जी की फतेह विघ्न विनाशन सोए एकंकारा सतगुरु तह प्रसाद सच होए वाहिगुरु जी की फतेह विघ्न विनाशन सोए। सतनाम श्री वाहिगुरु साहिब जी दोहरा। श्री गुरु हरगोबिंद जी कए प्रात इशनान खान पान करके प्रभु बैठे रुचर स्थान। श्री गुरु हरगोबिंद जी कए प्रात इशनान। सतगुरु गरीब नवाज दीन दुनिया दे मालक चबर छतर तखत दे मालक समर्थ गुरु प्रतख गुरु दीन दयाल कृपाल अंतरजामी पूਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਰਿਆਂ ਦੇ ਉੱਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਸਮਰੱਥ ਗੁਰੂ ਪ੍ਰਤੱਖ ਗੁਰੂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜਿੰਨੀਆਂ ਵੀ ਸੰਗਤਾਂ ਸਤਿਗੁਰੂ ਜੀ ਦੇ ਹਜ਼ੂਰ ਬੈਠੇ ਹੋ ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ ਗੁਰੂ ਜੀ ਨੇ ਕਿਰਪਾ ਦਇਆ ਰਹਿਮਤ ਕੀਤੀ ਹੈ। ਆਪਾਂ ਸਾਰੇ ਹੀ ਸਤਿਗੁਰੂ ਜੀ ਦੇ ਹਜ਼ੂਰ ਆ ਕੇ ਬੈਠੇ ਹਾਂ। ਪਿਆਰ ਦੇ ਨਾਲ ਸਾਰੀਆਂ ਸੰਗਤਾਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਛੇਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਪ ਜੀ ਸਰਵਣ ਕਰ ਰਹੇ ਹਾਂ। ਲਾਹੌਰ ਦੀ ਧਰਤੀ ਤੇ ਸਤਿਗੁਰੂ ਜੀ ਜੀਵਾਂ ਨੂੰ ਉਤਾਰ ਰਹੇ ਹਨ ਜੀ। ਸਤਿਗੁਰੂ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੌਲਾਂ ਦੀ ਚਿੱਠੀ ਲਿਖਦੇ ਹਨ। ਉਹ ਪ੍ਰਸੰਗ ਆਪ ਜੀ ਨੇ ਸਰਵਣ ਕੀਤੇ ਹਨ। ਦਰਸ਼ਨ ਕਰਕੇ ਬਹੁਤ ਹਿਰਦੇ ਵਿੱਚ ਸਕੂਨ ਤੇ ਆਨੰਦ ਪ੍ਰਾਪਤ ਹੋਇਆ। ਸਾਧ ਸੰਗਤ ਜੀ ਗੁਰੂ ਜੀ ਨੇ ਕੌਲਾਂ ਜੀ ਨੂੰ ਇਹ ਭਰੋਸਾ ਦਿੱਤਾ ਬਚਨਾਂ ਰਾਹੀਂ ਦਾਸੀ ਦੇ ਹੱਥ ਭਰੋਸਾ ਭੇਜਿਆ ਮਹਾਰਾਜ ਨੇ
ਜਦੋਂ ਅੰਮ੍ਰਿਤਸਰ ਜਾਵਾਂਗੇ ਤੁਹਾਨੂੰ ਲੈ ਕੇ ਜਾਵਾਂਗੇ ਜੀ। ਕੌਲਾਂ ਜੀ ਦੀ ਬੇਬਲਤਾ ਜਿਹੜੀ ਹੈ ਉਹ ਵੀ ਕੱਲ ਤੁਸੀਂ ਕਥਾ ਵਿਚਾਰ ਪ੍ਰਸੰਗ ਜਿਹੜੇ ਆ ਉਹ ਸਰਵਣ ਕੀਤੇ ਹਨ। ਆਓ ਹੁਣ ਆਪਾਂ ਅੱਜ ਦਾ ਪ੍ਰਸੰਗ ਸਰਵਣ ਕਰੀਏ। ਪਿਆਰ ਦੇ ਨਾਲ ਸਾਰੀ ਸੰਗਤ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਮਹਾਰਾਜ। ਫਿਰ ਪਿਆਰ ਨਾਲ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ੍ਰੀ ਗੁਰੂ ਹਰਗੋਬਿੰਦ ਜੀ ਕਏ ਪ੍ਰਾਤ ਇਸ਼ਨਾਨ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕੀਤਾ। ਖਾਨ ਪਾਨ ਕਰਕੇ ਪ੍ਰਭੂ ਬੈਠੇ ਰੁਚਰ ਸਥਾਨ। ਕੀਰਤਨ ਹੋਇਆ, ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਦਰਸ਼ਨ ਦਿੱਤੇ ਤੇ ਸਵੇਰ ਦਾ ਪ੍ਰਸ਼ਾਦਾ ਪਾਣੀ ਛਕ ਕੇ ਸਤਿਗੁਰੂ ਜੀ ਆਪਣੇ ਪਲੰਘੇ ਦੇ ਉੱਤੇ ਬੈਠੇ ਹਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚੌਪਈ ਢਰੇ ਦੁਪਹਿਰੇ ਹੋਏ ਸੁਚੇਤਾ। ਫਿਰ ਮਹਾਰਾਜ ਜੀ ਨੇ ਆਰਾਮ ਕੀਤਾ ਜੀ। ਦੁਪਹਿਰ ਨੂੰ ਸੱਚੇ ਪਾਤਸ਼ਾਹ ਜੀ ਨੇ ਆਰਾਮ ਕੀਤਾ। ਦੁਪਹਿਰ ਢਲਣ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਸੁਚੇਤ ਹੋਏ ਜੀ। ਹਾਂਜੀ। ਸੁੰਦਰ ਵਸਤਰ ਸਮੇਤਾ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਹੁਤ ਸੋਹਣੇ ਸੁੰਦਰ ਵਸਤਰ ਪਹਿਨੇ, ਤਨ ਤੇ ਸ਼ਸਤਰ ਬਸਤਰ ਸਜਾਏ, ਤਿਆਰ ਬਰ ਤਿਆਰ ਸੱਚੇ ਪਾਤਸ਼ਾਹ ਜੀ ਹੋਏ ਜੀ। ਬ੍ਰਿਧ ਸੋ ਕਹਿਓ ਬਾਕ ਗੰਭੀਰ। ਤੇ ਮਹਾਰਾਜ ਪਲੰਘੇ ਤੇ ਬੈਠੇ ਨੇ ਜੀ। ਬਾਬਾ ਬੁੱਢਾ ਸਾਹਿਬ ਜੀ ਸਤਿਗੁਰੂ ਜੀ ਦੇ ਹਜ਼ੂਰ ਬੈਠੇ। ਬਹੁਤ ਸ਼ਾਂਤੀ ਦਾ ਮਾਹੌਲ ਬਣਿਆ। ਸਤਿਗੁਰੂ ਜੀ ਬੜੇ ਗੰਭੀਰ ਬਚਨ ਬਾਬਾ ਜੀ ਦੇ ਨਾਲ ਕਰਨ ਲੱਗੇ ਸੀ। ਹਾਂਜੀ। ਮੀਆਂ ਮੀਰ ਇਹਾਂ ਵੱਡ ਪੀਰ। ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿਣ ਲੱਗੇ, ਬਾਬਾ ਜੀ ਇਸ ਇਲਾਕੇ ਦੇ ਵਿੱਚ ਸਾਈਂ ਮੀਆਂ ਮੀਰ ਜੀ ਬਹੁਤ ਵੱਡੇ ਪੀਰ ਹਨ। ਕਹਿਣ ਲੱਗੇ ਬਾਬਾ ਬੁੱਢਾ ਜੀ ਜਾਣਦੇ ਨੇ ਜੀ ਸਾਈਂ ਮੀਆਂ ਮੀਰ ਜੀ ਨੂੰ। ਹਾਂਜੀ। ਤਿੰਨ ਕੋ ਮੇਲ ਭਇਓ ਕਬ ਨਾਹੀ। ਤੇ ਅਸਲ ਵਿੱਚ ਨਾ ਸਾਈਂ ਮੀਆਂ ਮੀਰ ਜੀ ਸਤਿਗੁਰੂ ਜੀ ਨੂੰ ਬਹੁਤ ਜ਼ਿਆਦਾ ਯਾਦ ਕਰ ਰਹੇ ਸਨ ਜੀ। ਬਹੁਤ ਜ਼ਿਆਦਾ ਯਾਦ ਕਰ ਰਹੇ ਨੇ ਜੀ। ਤੇ ਗੁਰੂ ਜੀ ਨੂੰ ਖਿੱਚ ਪੈ ਰਹੀ ਜੀ ਸਾਈਂ ਮੀਆਂ ਮੀਰ ਜੀ ਦੀ ਜੀ। ਜਦੋਂ ਇਹ ਦਿਲਾਂ ਦੀ ਸਾਂਝ ਹੁੰਦੀ ਸਾਧ ਸੰਗਤ ਜੀ। ਮਹਾਰਾਜ ਕਹਿਣ ਲੱਗੇ, ਅਸੀਂ ਕਦੀ ਸਾਈਂ ਮੀਆਂ ਮੀਰ ਜੀ ਦੇ ਨਾਲ ਨਹੀਂ ਮਿਲੇ ਜੀ। ਅਜੇ ਕਿ ਗੁਰੂ ਅਰਜਨ ਦੇਵ ਜੀ ਦਾ ਬਚਪਨ ਤੋਂ ਹੀ ਸਾਈਂ ਮੀਆਂ ਮੀਰ ਜੀ ਨਾਲ ਮੇਲਾ ਸੀਗਾ। ਮਹਾਰਾਜ ਜੀ ਦੀ ਸ਼ਹੀਦੀ ਹੋਈ ਤੇ ਸਾਧ ਸੰਗਤ ਜੀ ਉਹਦੇ ਤੋਂ ਇਲਾਵਾ ਜਹਾਂਗੀਰ ਨੂੰ ਸਾਈਂ ਮੀਆਂ ਮੀਰ ਜੀ ਨੇ ਵਡਿਆਈ ਵੀ ਦੱਸੀ ਗੁਰੂ ਜੀ ਦੀ ਜੀ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿ ਰਹੇ, ਬਾਬਾ ਜੀ ਸਾਈਂ ਮੀਆਂ ਮੀਰ ਜੀ ਦੇ ਨਾਲ ਸਾਡਾ ਕਦੀ ਮੇਲਾ ਗੇਲਾ ਨਹੀਂ ਹੋਇਆ। ਨਿਸ਼ਚੈ ਬ੍ਰਹਮ ਗਿਆਨ ਕੇ ਮਾਹੀ। ਤੇ ਸਾਈਂ ਮੀਆਂ ਮੀਰ ਜੀ ਬ੍ਰਹਮ ਗਿਆਨੀ ਹਨ। ਬ੍ਰਹਮ ਗਿਆਨੀ। ਆਖੋ ਵਾਹਿਗੁਰੂ ਵਾਹਿਗੁਰੂ। ਅਸੀਂ ਕਹਿੰਦੇ ਸਾਡੇ ਹੀ ਬੰਦੇ ਬ੍ਰਹਮ ਗਿਆਨੀ ਹੋ ਸਕਦੇ, ਦੂਜਾ ਨਹੀਂ ਕੋਈ ਹੋ ਸਕਦਾ ਜੀ। ਹੁਣ ਸਾਈਂ ਮੀਆਂ ਮੀਰ ਜੀ ਮੁਸਲਮਾਨ ਹਨ ਜੀ। ਇਕੱਲੇ ਮੁਸਲਮਾਨ ਨਹੀਂ, ਮੁਸਲਮਾਨਾਂ ਦੀ ਪੱਗ ਨੇ ਸਾਈਂ ਮੀਆਂ ਮੀਰ ਜੀ। ਤੇ ਸਾਧ ਸੰਗਤ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਬਾਬਾ ਜੀ ਸਾਈਂ ਮੀਆਂ ਮੀਰ ਜੀ ਪੱਕੇ ਤੌਰ ਤੇ ਬ੍ਰਹਮ ਗਿਆਨੀ ਹੈਗੇ ਨੇ। ਮਹਾ ਸ਼ਕਤ ਜੁਤ ਚਾਹੈ ਸੋ ਕਰੈ। ਸਾਈਂ ਮੀਆਂ ਮੀਰ ਜੀ ਦੇ ਵਿੱਚ ਬੜੀ ਸ਼ਕਤੀ ਹੈਗੀ। ਕਹਿਣ ਲੱਗੇ ਜੋ ਚਾਹਣ ਉਹ ਸਾਈਂ ਮੀਆਂ ਮੀਰ ਜੀ ਕਰ ਸਕਦੇ ਨੇ। ਸੰਗਤ ਜੀ ਇਹ ਰੱਬ ਦੇ ਘਰ ਦੀਆਂ ਖੇਡਾਂ ਨੇ। ਨਾਮ ਜਪਣ ਵਾਲੇ ਪੁਰਸ਼ਾਂ ਕੋਲ ਆ ਜਾਂਦੀ ਸਮਰੱਥਾ ਜੀ। ਉਹ ਜੋ ਚਾਹਣ ਨਾ ਜੀ ਉਹ ਕਰ ਦਿੰਦੇ ਜੀ।
ਹਾਂਜੀ। ਤਉ ਸ਼ਿਮਾ ਧੀਰਜ ਗੁਣ ਧਰੈ। ਫਿਰ ਵੀ ਸਾਈਂ ਮੀਆਂ ਮੀਰ ਜੀ ਸ਼ਾਂਤੀ ਰੱਖਦੇ, ਕਹਿਣ ਲੱਗੇ ਖਿਮਾ ਦੇ ਘਰ 'ਚ ਹੀ ਰਹਿੰਦੇ ਆ। ਲੋਕ ਗਲਤੀਆਂ ਤੇ ਬਹੁਤ ਕਰਦੇ ਆ, ਪਰ ਸਾਈਂ ਮੀਆਂ ਮੀਰ ਜੀ ਉਹਨਾਂ ਨੂੰ ਮੁਆਫ ਹੀ ਕਰਦੇ ਆ। ਬਾਬਾ ਜੀ ਸਾਈਂ ਮੀਆਂ ਮੀਰ ਜੀ ਜੋ ਚਾਹੁਣ ਕਰ ਸਕਦੇ ਆ ਜੀ। ਗੁਰੂ ਹਰਗੋਬਿੰਦ ਸਾਹਿਬ ਖੁਦ ਸਾਈਂ ਮੀਆਂ ਮੀਰ ਜੀ ਦੀ ਸਿਫਤ ਕਰ ਰਹੇ ਨੇ ਜੀ। ਹਾਂਜੀ। ਬ੍ਰਿਧ ਨੇ ਭਨਿਓ ਜੇ ਸਿਮਰਿਓ ਮਨ ਮੈਂ, ਤਉ ਦਰਸ਼ਨ ਦਹਿ ਗੁਣ ਜਿਨ ਮੈਂ। ਆਖੋ ਵਾਹਿਗੁਰੂ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਵਾਹਿਗੁਰੂ ਬਾਬਾ ਬੁੱਢਾ ਜੀ ਫਿਰ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣ ਲੱਗੇ, ਮਹਾਰਾਜ ਅਸਲ 'ਚ ਸਾਈਂ ਮੀਆਂ ਮੀਰ ਜੀ ਨੇ ਤੁਹਾਨੂੰ ਯਾਦ ਕੀਤਾ, ਕਹਿਣ ਲੱਗੇ, ਤੇ ਤੁਹਾਡਾ ਮਨ ਵੀ ਉਹਨਾਂ ਨੂੰ ਯਾਦ ਕਰ ਰਿਹਾ, ਤੇ ਐਸੀ ਅਵਸਥਾ ਵਿੱਚ ਮਿਲ ਲੈਣਾ ਚਾਹੀਦਾ, ਕਹਿਣ ਲੱਗੇ ਮਿਲਾਪ ਕਰਨਾ ਚਾਹੀਦਾ। ਸੰਗਤ ਜੀ ਚੇਤਾ ਰੱਖਿਓ, ਦੁਨੀਆ ਦੇ ਵਿੱਚ ਬੜੇ ਥੋੜ੍ਹੇ ਲੋਕ ਨੇ ਜਿਨ੍ਹਾਂ ਨੂੰ ਮਿਲ ਕੇ ਖੁਸ਼ੀ ਹੁੰਦੀ ਹੋਵੇ ਜੀ, ਨਹੀਂ ਤੇ ਓਪਰੇ ਹੀ ਲੱਗਦੇ ਲੋਕ ਜੀ, ਓਪਰੇ ਲੱਗਦੇ ਜੀ, ਲਾਗੋਂ ਲੰਘ ਜਾਂਦੇ, ਬੁਲਾਉਂਦੇ ਨਹੀਂ ਜੀ, ਓਪਰੇ ਲੱਗਦੇ ਨਾ ਜੀ। ਤੇ ਜਿਨ੍ਹਾਂ ਦੇ ਕੋਲ ਫਿਰ ਕੁਝ ਹੁੰਦਾ, ਰੱਬ ਦੇ ਨਾਮ ਦਾ ਖਜ਼ਾਨਾ, ਤੇ ਰੱਬ ਦੇ ਪਿਆਰੇ ਫਿਰ ਉਹਨਾਂ ਨੂੰ ਮਿਲ ਕੇ ਖੁਸ਼ ਹੁੰਦੇ ਨੇ ਜੀ, ਖੁਸ਼ ਹੁੰਦੇ ਨੇ। ਮਹਾਰਾਜ ਬਾਣੀ 'ਚ ਕਹਿੰਦੇ, ਜਿਨ ਡਿਠਿਆ ਮਨ ਰਹਿਸੀਐ, ਕਿਉਂ ਪਾਈਐ ਤਿਨ ਸੰਗ ਜੀਓ। ਆਖੋ ਸਾਰੇ ਸ੍ਰੀ ਵਾਹਿਗੁਰੂ ਵਾਹਿਗੁਰੂ। ਫਿਰ ਪੰਗਤੀ ਧਿਆਨ ਨਾਲ ਸੁਣਿਓ, ਜਿਨ ਡਿਠਿਆ ਮਨ ਰਹਿਸੀਐ, ਕਿਉਂ ਪਾਈਐ ਤਿਨ ਸੰਗ ਜੀਓ। ਇਹਦਾ ਭਾਵ ਰਹਿਸੀਏ ਦਾ ਮਤਲਬ ਆਨੰਦ ਹੋਣਾ, ਪ੍ਰਸੰਨ ਹੋਣਾ ਜੀ। ਜਿਨ੍ਹਾਂ ਨੂੰ ਦੇਖ ਕੇ ਮਨ ਆਨੰਦਿਤ ਹੋਵੇ, ਪ੍ਰਸੰਨ ਹੋਵੇ, ਕਿਉਂ ਪਾਈਐ ਤਿਨ ਸੰਗ ਜੀਓ ਦਾ ਮਤਲਬ ਇਹ ਹੈ ਕਿ ਉਹਨਾਂ ਦਾ ਸੰਗ ਕਿਵੇਂ ਪ੍ਰਾਪਤ ਹੋਵੇ, ਭਾਵ ਉਹਨਾਂ ਨੂੰ ਕਿਵੇਂ ਮਿਲਿਆ ਜਾਵੇ ਜੀ। ਆਖੋ ਵਾਹਿਗੁਰੂ। ਜਿਨ੍ਹਾਂ ਨੂੰ ਮਿਲ ਕੇ ਖੁਸ਼ੀ ਹੋਵੇ, ਇਹੋ ਜਿਹੇ ਲੋਕ ਥੋੜ੍ਹੇ ਨੇ ਸੰਸਾਰ 'ਚ ਜੀ। ਫਿਰ ਆਪੋ ਆਪਣੇ ਆਨੰਦ ਨੇ ਜੀ। ਜਿਨ੍ਹਾਂ ਨੂੰ ਫਿਲਮਾਂ ਦਾ ਸ਼ੌਂਕ ਹੈ, ਉਹ ਹੀਰੋ ਤੇ ਹੀਰੋਇਨਾਂ ਨੂੰ ਮਿਲ ਕੇ ਬੜੇ ਖੁਸ਼ ਹੋਣਗੇ ਜੀ। ਹਾਂਜੀ। ਤੇ ਜਿਨ੍ਹਾਂ ਨੂੰ ਚੋਰਾਂ ਨਾਲ ਮਿਲ ਕੇ ਖੁਸ਼ੀ ਹੁੰਦੀ ਹੈ ਜੀ। ਪਰ ਚੇਤਾ ਰੱਖਿਓ, ਇਹ ਜਿਹੜੀ ਖੁਸ਼ੀ ਹੈ ਇਹ ਥੋੜ੍ਹੇ ਸਮੇਂ ਵਾਸਤੇ ਹੈਗੀ ਹੈ ਜੀ, ਥੋੜ੍ਹੇ ਸਮੇਂ ਵਾਸਤੇ ਹੈਗੀ ਹੈ। ਜਿਹੜੀ ਅਸਲੀ ਖੁਸ਼ੀ ਹੈ ਨਾ ਜੀ, ਅਸਲੀ ਖੁਸ਼ੀ, ਉਹਦਾ ਫਿਰ ਕਦੀ ਨਾਸ ਨਹੀਂ ਹੁੰਦਾ ਜੀ। ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ, ਮਹਾਰਾਜ ਕਹਿੰਦੇ, ਬਾਬਾ ਜੀ ਸਾਈਂ ਮੀਆਂ ਮੀਰ ਜੀ ਬੜੇ ਚੰਗੇ ਹੈਗੇ ਆ, ਬ੍ਰਹਮ ਗਿਆਨੀ ਨੇ। ਤੇ ਬਾਬਾ ਜੀ ਕਹਿੰਦੇ, ਮਹਾਰਾਜ ਸੱਚੇ ਪਾਤਸ਼ਾਹ ਉਹ ਤੁਹਾਨੂੰ ਯਾਦ ਕਰਨ ਦੇ, ਤੁਸੀਂ ਉਹਨਾਂ ਨੂੰ ਯਾਦ ਕਰਨ ਦੇ, ਤੇ ਮਿਲ ਲਓ, ਆਨੰਦ ਵਧੇਗਾ। ਆਪਾਂ ਕਹਿੰਦੇ, ਸੇਈ ਸੰਤ ਪਿਆਰੇ ਮਿਲਣੇ, ਜਿਨ੍ਹਾਂ ਦੇ ਮਿਲਦਿਆਂ ਆਪ ਜੀ ਦਾ ਨਾਮ ਚਿਤ ਆਵੇ। ਇਹੋ ਜਿਹੇ ਥੋੜ੍ਹੇ ਲੋਕ ਨੇ ਜੀ। ਹਾਂਜੀ। ਜਾਮ ਦਿਵਸ ਬਾਕੀ ਜਬ ਰਹਿਓ, ਮੀਆਂ ਮੀਰ ਪਰ ਸੰਗ ਸੋ ਲਹਿਓ। ਸਾਧ ਸੰਗਤ ਜੀ, ਜਦੋਂ ਇੱਕ ਪਹਿਰ ਦਿਨ ਰਹਿ ਗਿਆ ਸੀ ਨਾ, ਉਦੋਂ ਗੱਲਾਂ ਚੱਲ ਰਹੀਆਂ ਹੈਗੀਆਂ ਜੀ। ਹਾਂਜੀ। ਦਰਸ਼ਨ ਕੋ ਗਮਨਿਓ ਤਜ ਥਾਨ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਨ 'ਚ ਖਿੱਚ ਪਈ ਜੀ। ਉਧਰੋਂ ਸਾਈਂ ਮੀਆਂ ਮੀਰ ਜੀ ਦੇ ਮਨ 'ਚ ਖਿੱਚ ਪਈ ਜੀ। ਸਾਈਂ ਮੀਆਂ ਮੀਰ ਜੀ ਮੁਜੰਗਾਂ ਦੇ ਵਿੱਚ, ਜਿੱਥੇ ਉਹਨਾਂ ਦਾ ਤਕੀਆ ਸੀ, ਡੇਰਾ ਸੀਗਾ, ਆਪਾਂ ਡੇਰਾ ਕਹਿ ਲੈਂਦੇ, ਮੁਸਲਮਾਨ ਧਰਮ 'ਚ ਤਕੀਆ ਕਹਿੰਦੇ ਆ, ਜਿੱਥੇ ਉਹਨਾਂ ਦਾ ਤਕੀਆ ਸੀ ਨਾ, ਉੱਥੋਂ ਆਪੇ ਹੀ ਤੁਰ ਪਏ ਜੀ ਉਹ ਜੀ, ਸਾਈਂ ਮੀਆਂ ਮੀਰ ਜੀ। ਤੇ ਬਜ਼ੁਰਗ ਬੜੇ ਜੀ ਸਾਈਂ ਮੀਆਂ ਮੀਰ ਜੀ। ਇੱਧਰੋਂ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੇ ਚੜ੍ਹ ਗਏ ਜੀ। ਹਾਂਜੀ। ਸ਼੍ਰੀ ਗੁਰ ਸਰਬ ਵਾਰਤਾ ਜਾਨ। ਕਿਉਂ? ਸਾਈਂ ਮੀਆਂ ਮੀਰ ਜੀ ਦਰਸ਼ਨਾਂ ਨੂੰ ਤੁਰ ਪਏ ਜੀ। ਹਾਂਜੀ। ਤੇ ਮਨ 'ਚ ਯਾਦ ਕਰ ਰਹੇ ਹੈ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖੁਦਾ ਜਾਣ ਕੇ ਸਤਿਗੁਰੂ ਜੀ ਦੇ ਵਾਲੇ ਪਾਸੇ ਆ ਰਹੇ ਹੈ ਜੀ।
ਤੇ ਸਾਰੀ ਗੱਲ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਲੱਗ ਗਈ ਵੀ ਸਾਈਂ ਮੀਆਂ ਮੀਰ ਸਾਨੂੰ ਮਿਲਣ ਵਾਸਤੇ ਆ ਰਹੇ ਆ। कहत शीघ्र ही हाय मंगवायो। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਬਹੁਤ ਛੇਤੀ ਘੋੜਾ ਮੰਗਵਾਇਆ ਜੀ। ਘੋੜਾ ਲੈ ਕੇ ਆਓ, ਮਹਾਰਾਜ ਕਹਿੰਦੇ ਸਾਡਾ। होए अरूढ़ कर बेग चलायो। ਛੇਤੀ ਕਾਠੀ ਪਵਾਈ ਤੇ ਬੜੀ ਛੇਤੀ ਇੱਕ ਦੋ ਸਿੱਖਾਂ ਨੂੰ ਨਾਲ ਲਿਆ ਤੇ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਘੋੜੇ ਤੇ ਚੜ੍ਹੇ ਤੇ ਗੁਰੂ ਹਰਗੋਬਿੰਦ ਸਾਹਿਬ ਘੋੜਾ ਭਜਾਇਆ ਸੱਚੇ ਪਾਤਸ਼ਾਹ ਨੇ ਜੀ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਘੋੜਾ ਭਜਾਇਆ ਸੱਚੇ ਪਾਤਸ਼ਾਹ ਜੀ ਨੇ ਜੀ। ਘਰ ਤੇ ਪੀਰ ਥੋਰ ਈ ਚੱਲੇ। ਸਾਈਂ ਮੀਆਂ ਮੀਰ ਕਿਉਂ ਬਜ਼ੁਰਗ ਸਨ ਜੀ, ਤੇ ਬਜ਼ੁਰਗ ਹੌਲੀ ਹੌਲੀ ਤੁਰਦੇ ਜੀ, ਹੌਲੀ ਹੌਲੀ ਜੀ। ਇੱਕ ਚੇਲਾ ਇੱਧਰ ਤੇ ਇੱਕ ਇੱਧਰ, ਉਹਨਾਂ ਦਾ ਹੱਥ ਫੜ ਕੇ ਸਾਈਂ ਮੀਆਂ ਮੀਰ ਜੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਆ ਰਹੇ ਜੀ। ਅਜੇ ਘਰੋਂ ਥੋੜਾ ਹੀ ਤੁਰੇ ਸੀ ਆਪਣੇ ਤਕੀਏ ਤੋਂ ਜੀ। ਹਾਂਜੀ। ਜਾਏ ਅਗਾਊ ਸਤਿਗੁਰ ਮਿਲੇ। ਤੇ ਸਾਈਂ ਜੀ ਨੂੰ ਝੋਲੇ ਪੈਰ ਲੱਗ ਪਏ। ਦੂਰੋਂ ਇਉਂ ਮਹਿਸੂਸ ਹੋਇਆ ਜਿਵੇਂ ਘੋੜੇ ਤੇ ਬੈਠੇ ਗੁਰੂ ਹਰਗੋਬਿੰਦ ਸਾਹਿਬ ਮੇਰੇ ਵੱਲ ਆ ਰਹੇ ਨੇ ਜੀ। ਤੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਮਾਲਕ ਦੇ ਦਰਸ਼ਨ ਕੀਤੇ। ਸਤਿਗੁਰੂ ਜੀ ਦੇ ਪਿਆਰ ਚ ਆ ਕੇ ਗੱਜ ਕੇ ਕਹੋ, ਦਿਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਦਿਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ। ਇਧਰੋਂ ਸਾਈਂ ਜੀ ਆ ਰਹੇ ਤੇ ਉਧਰੋਂ ਮਹਾਰਾਜ ਆ ਰਹੇ ਜੀ। ਰਸਤੇ ਵਿੱਚ ਹੀ ਮੇਲਾ ਹੋ ਗਿਆ ਜੀ। ਹਾਂਜੀ। ਲੋਕ ਬਿਲੋਕਤ ਇਮ ਲਖ ਪਾਇਓ। ਹਾਂਜੀ। ਲੀਨ ਗੁਰੂ ਕੋ ਆਗੇ ਆਇਓ। ਆਖੋ ਵਾਹਿਗੁਰੂ। ਤੇ ਲੋਕਾਂ ਨੂੰ, ਵੇਖਣ ਵਾਲਿਆਂ ਨੂੰ ਪਤਾ ਕੀ ਮਹਿਸੂਸ ਹੋ ਰਿਹਾ ਵੀ ਸਾਈਂ ਮੀਆਂ ਮੀਰ ਜੀ ਨੂੰ ਪਤਾ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਆ ਰਹੇ ਨੇ ਤੇ ਸਾਈਂ ਮੀਆਂ ਮੀਰ ਅਗਲਵਾਂਢੀ ਲੈਣ ਵਾਸਤੇ ਆਏ ਹੈ। ਪਰ ਅਸਲ ਵਿੱਚ ਸਾਈਂ ਮੀਆਂ ਮੀਰ ਜੀ ਮਹਾਰਾਜ ਕੋ ਆ ਰਹੇ ਸੀਗੇ ਤੇ ਮਹਾਰਾਜ ਜਾਣ ਕੇ ਸਾਈਂ ਮੀਆਂ ਮੀਰ ਜੀ ਕੋਲ ਆ ਗਏ ਸੀ। ਚੇਤਾ ਰੱਖਿਓ, ਜਿੱਥੇ ਪਿਆਰ ਹੋਵੇ ਉੱਥੇ ਸੁਨੇਹਿਆਂ ਦੀ ਲੋੜ ਨਹੀਂ ਹੁੰਦੀ। ਪਿਆਰ ਵਾਲੇ ਤਾਂ ਆ ਹੀ ਜਾਂਦੇ ਨੇ ਜੀ, ਪਹੁੰਚ ਹੀ ਜਾਂਦੇ ਨੇ। ਸਾਈਂ ਮੀਆਂ ਮੀਰ ਜੀ ਨਮਸਕਾਰ ਕਰ ਰਹੇ ਤੇ ਲੋਕ ਸਮਝ ਰਹੇ ਵੀ ਗੁਰੂ ਜੀ ਨੇ ਆਉਣਾ ਸੀਗਾ ਤੇ ਸਾਈਂ ਜੀ ਉਹ ਕੀ ਕਹਿੰਦੇ ਰਿਸੀਵ ਕਰਨ ਆਏ ਨੇ ਜੀ ਉਹਨਾਂ ਨੂੰ। ਹਾਂਜੀ। ਹੇਰ ਪਰਸਪਰ ਵਧਿਓ ਆਨੰਦ। ਸਾਈਂ ਜੀ ਨੇ ਸਤਿਗੁਰੂ ਜੀ ਨੂੰ ਦੇਖਿਆ ਜੀ, ਦਰਸ਼ਨ ਕੀਤੇ ਤੇ ਗੁਰੂ ਜੀ ਨੇ ਬ੍ਰਹਮ ਗਿਆਨੀ ਜਾਣ ਕੇ ਸਾਈਂ ਮੀਆਂ ਮੀਰ ਜੀ ਦੇ ਦਰਸ਼ਨ ਕੀਤੇ। ਦਰਸ਼ਨ ਕਰਕੇ ਉਹਨਾਂ ਦੇ ਅੰਦਰ ਤੇ ਆਨੰਦ ਵੱਜਿਆ ਹੀ। ਆਸੇ ਪਾਸੇ ਵੇਖਣ ਵਾਲਿਆਂ ਨੂੰ ਵੀ ਬੜਾ ਆਨੰਦ ਆਇਆ ਜੀ। ਹਾਂਜੀ। ਮੀਆਂ ਮੀਰ ਮਿਲੇ ਕਰ ਬੰਦ। ਸਾਈਂ ਮੀਆਂ ਮੀਰ ਜੀ ਬੰਦਨਾ ਕਰਕੇ ਮਿਲੇ ਜੀ ਮਹਾਰਾਜ ਨੂੰ। ਸਾਈਂ ਮੀਆਂ ਮੀਰ ਜੀ ਖਲੋਤੇ ਤੇ ਗੁਰੂ ਜੀ ਘੋੜੇ ਤੇ ਨੇ ਜੀ ਤੇ ਮੀਆਂ ਮੀਰ ਜੀ ਨੇ ਬੰਦਨਾ ਕੀਤੀ ਪੂਰੀ ਜੀ। ਹਾਂਜੀ। ਸ਼੍ਰੀ ਹਰਗੋਬਿੰਦ ਉਤਰਨ ਲਾਗੇ। ਹੁਣ ਪਿਆਰ ਦੀ ਖੇਡ ਵੇਖਿਓ, ਪਿਆਰ ਦੀ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਉਤਰਨ ਲੱਗੇ ਜੀ। ਪਤਾ ਕਿਉਂ? ਸਾਈਂ ਜੀ ਉਮਰ 'ਚ ਵੱਡੇ ਨੇ, ਅਵਸਥਾ ਵਿੱਚ ਵੀ ਚੰਗੇ ਨੇ ਜੀ ਉਹ ਜੀ। ਸਤਿਗੁਰੂ ਜੀ ਘੋੜੇ ਤੋਂ ਉਤਰਨ ਲੱਗੇ ਜੀ। ਹਾਂਜੀ। ਗਹੀ ਰਕਾਬ ਸ਼ੀਘਰ ਹੋਏ ਆਗੇ। ਆਖੋ ਵਾਹਿਗੁਰੂ। ਸੰਗਤ ਜੀ ਗੱਜ ਕੇ ਵਾਹਿਗੁਰੂ। ਤੇ ਸਾਈਂ ਮੀਆਂ ਮੀਰ ਜੀ ਨੇ ਮਹਾਰਾਜ ਨੂੰ ਘੋੜੇ ਤੋਂ ਉਤਰਨ ਨਹੀਂ ਦਿੱਤਾ ਜੀ। ਸਾਈਂ ਮੀਆਂ ਮੀਰ ਜੀ ਨੇ ਰਕਾਬ ਫੜ ਲਈ ਜੀ। ਹਾਂਜੀ, ਰਕਾਬ ਫੜ ਲਈ। ਹਾਏ ਪਰ ਚੜੇ ਲੀਏ ਚੱਲ ਆਇਓ। ਹਾਂਜੀ। ਹਾਥ ਰਕਾਬ ਸੰਗ ਇਕ ਲਾਇਓ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੱਚੇ ਪਾਤਸ਼ਾਹ ਘੋੜੇ ਤੇ ਹਨ ਜੀ। ਸਾਈਂ ਮੀਆਂ ਮੀਰ ਜੀ ਰਕਾਬ ਫੜੀ ਹੈ। ਮਹਾਰਾਜ ਉਤਰਨ ਲੱਗੇ ਤੇ ਸਾਈਂ ਜੀ ਕਹਿੰਦੇ ਨਹੀਂ ਮਹਾਰਾਜ, ਤੁਸੀਂ ਮਾਲਕ ਤੇ ਸਾਡੇ ਹੈ, ਤੁਸੀਂ ਉੱਤੇ ਹੀ ਬੈਠੋਗੇ ਤੇ ਮੈਂ ਆਪ ਤੁਹਾਡੇ ਘੋੜੇ ਦੀ ਰਕਾਬ ਫੜਾਂਗਾ, ਏਦਾਂ ਹੀ ਮੇਰੀ ਥਾਂ ਤੇ ਚੱਲੋ ਕਹਿਣ ਲੱਗੇ। ਗੁਰੂ ਜੀ ਉੱਪਰ ਬੈਠੇ ਨੇ ਤੇ ਸਾਈਂ ਜੀ ਨਾਲ ਤੁਰ ਰਹੇ ਨੇ ਰਕਾਬ ਫੜ ਕੇ ਜੀ।
ਪਿਆਰ ਦੀ ਖੇਡ। ਹੁਣ ਗੁਰੂ ਜੀ ਦੀ ਉਮਰ ਚੜ੍ਹਦੀ ਜਵਾਨੀ ਦੀ ਸੀ ਤੇ ਸਾਈਂ ਮੀਆਂ ਮੀਰ ਜੀ ਬਜ਼ੁਰਗ ਨੇ ਜੀ। ਹਾਂਜੀ, ਇਹ ਹੈ ਪਿਆਰ ਦੀ ਖੇਡ ਜੀ। ਹਾਂਜੀ, ਜਬ ਸਥਾਨ ਕੇ ਆਇਓ ਪੌਰ। ਤੇ ਇਸ ਤਰ੍ਹਾਂ ਹੀ ਆ ਰਹੇ ਜੀ। ਫਿਰ ਗੁਰੂ ਜੀ ਨੇ ਘੋੜਾ ਹੌਲੀ ਕਰ ਲਿਆ ਜੀ। ਕਿਉਂ? ਸਾਈਂ ਮੀਆਂ ਮੀਰ ਬਜ਼ੁਰਗ ਨੇ ਤੇਜ਼ ਤੁਰਿਆ ਨਹੀਂ ਜਾਣਾ, ਹੌਲੀ ਹੌਲੀ ਮਹਾਰਾਜ ਚੱਲ ਰਹੇ ਜੀ, ਘੋੜੇ ਨੂੰ ਤਰਾ ਰਹੇ ਜੀ। ਸਾਈਂ ਜੀ ਹੌਲੀ ਹੌਲੀ ਫਿਰ ਸਾਧ ਸੰਗਤ ਜੀ ਨਾਲ ਤੁਰ ਰਹੇ ਤੇ ਚਲਦਿਆਂ ਸਾਈਂ ਮੀਆਂ ਮੀਰ ਜੀ ਦੇ ਡੇਰੇ ਤੇ ਆਏ, ਤਕੀਏ ਤੇ ਆਏ ਜੀ। ਉਤਰਨ ਲੱਗੇ ਸੋਢੀ ਕੁਲ ਮੋਰ। ਤੇ ਸੋਢੀ ਕੁਲ ਦੇ ਸਿਰ ਮੌਰ ਸਤਿਗੁਰੂ। ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਘੋੜੇ ਤੋਂ ਉਤਰਨ ਲੱਗੇ ਨੇ ਜੀ। ਗਹ ਰਕਾਬ ਜੁਗ ਹਾਥ ਲਗਾਏ। ਹਾਂਜੀ, ਸਨੈ ਸਨੈ ਹੈ ਤੇ ਉਤਰ ਆਏ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਤੇ ਪਤਾ ਕੀ ਕੀਤਾ ਜੀ? ਕਹਿੰਦੇ ਗਹੇ ਰਕਾਬ ਜੁਗ ਹਾਥ ਲਗਾਏ। ਰਕਾਬ ਫੜਦੀ ਜੀ ਫਿਰ ਜੀ, ਦੋਵੇਂ ਹੱਥਾਂ ਨਾਲ ਰਕਾਬ ਫੜਦੀ ਤੇ ਗੁਰੂ ਜੀ ਨੂੰ ਹੌਲੀ ਹੌਲੀ ਥੱਲੇ ਉਤਰਵਾਇਆ ਜੀ। ਹੁਣ ਵੇਖਣ ਵਿੱਚ ਉਲਟ ਸੀਨ। ਕੀ ਸੀਨ ਹੈ ਜੀ? ਚਾਹੀਦਾ ਤਾਂ ਇਹ ਹੈ ਵੀ ਬਜ਼ੁਰਗ ਉੱਤੇ ਹੋਵੇ ਤੇ ਨੌਜਵਾਨ ਥੱਲੇ ਹੋਵੇ ਜੀ, ਪਰ ਬਜ਼ੁਰਗ ਥੱਲੇ ਆ ਤੇ ਨੌਜਵਾਨ ਉੱਤੇ ਹੈ ਜੀ। ਹੌਲੀ ਹੌਲੀ ਫਿਰ ਸੱਚੇ ਪਾਤਸ਼ਾਹ ਉਤਰੇ। ਸਾਈਂ ਜੀ ਨੇ ਦੋਵਾਂ ਹੱਥਾਂ ਨਾਲ ਰਕਾਬ ਫੜ ਲਈ ਜੀ ਮਹਾਰਾਜ ਦੀ ਜੀ, ਘੋੜੇ ਦੀ ਜੀ। ਹਾਂਜੀ, ਧਾਰੇ ਹਾਥ ਮੈਂ ਹਾਥ ਅਗਾਰੇ। ਹੋਏ ਬਰੋਬਰ ਜੁਗਲ ਪਧਾਰੇ। ਤੇ ਸਾਈਂ ਮੀਆਂ ਮੀਰ ਜੀ ਦਾ ਚਿੱਟਾ ਦਾੜਾ ਤੇ ਰੰਗ ਗੁਲਾਬੀ ਜੀ ਚਿਹਰੇ ਦਾ ਜੀ, ਹਰੇ ਰੰਗ ਦੀ ਪੱਗ ਬੱਧੀ ਹੈ। ਇਧਰੋਂ ਗੁਰੂ ਹਰਗੋਬਿੰਦ ਸਾਹਿਬ ਉੱਚੇ ਲੰਮੇ ਜਵਾਨ ਸਤਿਗੁਰੂ ਖੁਦ ਪਰਮੇਸ਼ਰ ਮਾਲਕ ਤੇ ਸਾਈਂ ਮੀਆਂ ਮੀਰ ਜੀ ਲੈ ਕੇ ਜਾ ਰਹੇ ਹੈ। ਅੱਗੇ ਹੋਣ ਲੱਗੇ, ਗੁਰੂ ਜੀ ਨੇ ਹੱਥ 'ਚ ਹੱਥ ਪਾ ਲਿਆ ਜੀ। ਹਾਂਜੀ, ਹੱਥ 'ਚ ਹੱਥ ਪਾ ਕੇ ਗੁਰੂ ਹਰਗੋਬਿੰਦ ਸਾਹਿਬ ਜਾਂ ਤੁਰੇ ਬਾਬਾ ਬੁੱਢਾ ਜੀ ਨਾਲ ਤੇ ਜਾਂ ਤੁਰੇ ਸਾਈਂ ਮੀਆਂ ਮੀਰ ਜੀ ਦੇ ਨਾਲ ਜੀ। ਇਹ ਇੱਕੋ ਹੀ ਗੱਲ ਹੈਗੀ ਤੀ ਇਹਨਾਂ ਦੀ ਜੀ। ਆਖੋ ਵਾਹਿਗੁਰੂ। ਇਹ ਹੈ ਪਿਆਰ ਦੀ ਦੁਨੀਆ ਜੀ। ਪਿਆਰ ਦੀ ਦੁਨੀਆ 'ਚ ਬੰਦੇ ਆ ਕੇ ਰਾਜੀ ਨਹੀਂ ਹੈਗੇ, ਹੋਰ ਦੁਨੀਆ 'ਚ ਰਹਿ ਕੇ ਬੜੇ ਰਾਜੀ ਹੈਗੇ ਜੀ। ਜਿੱਥੇ ਪਿਆਰ ਦੀ ਦੁਨੀਆ ਹੈ ਉਹਦੇ ਨਾਲ ਸਤਿਕਾਰ ਵੀ ਹੋਏਗਾ ਸਾਧ ਸੰਗਤ ਜੀ। ਪਿਆਰ ਦੇ ਨਾਲ ਹੀ ਸਤਿਕਾਰ ਹੋਏਗਾ, ਪਿਆਰ ਤੋਂ ਬਗੈਰ ਸਤਿਕਾਰ ਨਹੀਂ ਹੁੰਦਾ ਜੀ। ਤੇ ਜਿੱਥੇ ਪਿਆਰ ਤੇ ਸਤਿਕਾਰ ਇਕੱਠਾ ਹੋ ਜਾਵੇ ਨਾ, ਉੱਥੇ ਫਿਰ ਜਿੰਦ ਵਾਰਨ ਲੱਗਿਆਂ ਵੀ ਸਮਾਂ ਨਹੀਂ 'ਚ ਲੱਗਦਾ ਜੀ। ਜਿੰਦ ਵਾਰਨ ਲੱਗਿਆਂ ਵੀ ਸਮਾਂ ਨਹੀਂ ਲੱਗਦਾ। ਹੁਣ ਅੰਦਰ ਜਾਣਾ ਜੀ। ਧਰੇ ਹਾਥ ਮਹਿ ਹਾਥ ਅਗਾਰੇ। ਹੋਏ ਬਰੋਬਰ ਜੁਗਲ ਪਧਾਰੇ। ਦੋਵੇਂ ਬਰਾਬਰ ਤੁਰ ਰਹੇ ਹੈ। ਗੁਰੂ ਜੀ ਨੇ ਆਪਣੇ ਹੱਥ 'ਚ ਸਾਈਂ ਜੀ ਦਾ ਹੱਥ ਪਾ ਲਿਆ ਜੀ, ਜਿਵੇਂ ਆਪਾਂ ਹੱਥ 'ਚ ਹੱਥ ਪਾ ਕੇ ਤੁਰਦੇ ਹਾਂ ਜੀ। ਹਾਂਜੀ, ਰਹਿਨ ਭਵਨ ਮੈਂ ਗੇ ਗੁਣ ਭਵਨੂ। ਕੁਸ਼ਲ ਪ੍ਰਸ਼ਨ ਕੀਨ ਸ੍ਰਿਪ ਦਮਨੂ। ਤੇ ਸਾਧ ਸੰਗਤ ਜੀ ਮੀਆਂ ਮੀਰ ਜੀ ਅੰਦਰ ਲੈ ਗਏ ਜੀ। ਅੰਦਰ ਲੈ ਗਏ ਜਿੱਥੇ ਸਾਈਂ ਮੀਆਂ ਮੀਰ ਜੀ ਦੇ ਰਹਿਣ ਦਾ ਕਮਰਾ ਹੈ ਜੀ, ਰਹਿਣ ਦਾ ਕਮਰਾ। ਤੇ ਮਹਾਰਾਜ ਤੁਰਦਿਆਂ ਤੁਰਦਿਆਂ ਮੀਆਂ ਮੀਰ ਜੀ ਨੂੰ ਹਾਲ ਚਾਲ ਪੁੱਛ ਰਹੇ ਆ। ਸਾਈਂ ਜੀ ਤੁਹਾਡੀ ਸਿਹਤ ਠੀਕ ਹੈ? ਹਾਂਜੀ। ਬੈਠੇ ਸਮੁਖ ਆਨੰਦ ਬਿਲੰਦ। ਸ਼੍ਰੀ ਗੁਰੂ ਹਰਗੋਬਿੰਦ ਕੁਲ ਚੰਦ। ਤੇ ਸਾਧ ਸੰਗਤ ਜੀ ਕਮਰੇ 'ਚ ਪਹੁੰਚੇ ਜੀ। ਤੇ ਸਾਈਂ ਮੀਆਂ ਮੀਰ ਜੀ ਦਾ ਆਸਣ ਉੱਚਾ ਸੀਗਾ ਜੀ। ਕਿਉਂ? ਮੁਸਲਮਾਨਾਂ ਦੀ ਪੱਗ ਨੇ ਸਾਈਂ ਮੀਆਂ ਮੀਰ ਜੀ। ਸਾਧ ਸੰਗਤ ਜੀ ਸਾਰਾ ਮੁਸਲਮਾਨ ਪੰਥ ਸਾਈਂ ਮੀਆਂ ਮੀਰ ਜੀ ਦਾ ਸਤਿਕਾਰ ਕਰਦਾ ਹੈ। ਇੱਥੋਂ ਤੱਕ ਮੱਕੇ ਕਾਬੇ 'ਚ ਵੀ ਜੋ ਹੋਣਾ ਹੁੰਦਾ ਸੀਗਾ, ਸਾਈਂ ਮੀਆਂ ਮੀਰ ਜੀ ਦੀ ਸਲਾਹ ਨਾਲ ਹੁੰਦਾ ਸੀਗਾ ਜੀ। ਏਡੇ ਵੱਡੇ ਪੀਰ ਜੀ। ਤੇ ਸਾਈਂ ਮੀਆਂ ਮੀਰ ਜੀ ਦੀ ਗੱਦੀ ਲੱਗੀ ਉੱਚੀ ਤੇ ਗੁਰੂ ਜੀ ਬੈਠਣ ਲੱਗੇ ਹੇਠਾਂ। ਤੇ ਸਾਈਂ ਜੀ ਨੇ ਹੱਥ ਫੜ ਕੇ ਆਪਣੀ ਗੱਦੀ ਤੇ ਸਤਿਗੁਰੂ ਜੀ ਨੂੰ ਬਿਠਾਇਆ ਜੀ। ਉੱਚੇ ਆਸਣ ਤੇ ਬਿਠਾਇਆ। ਆਪ ਸਾਈਂ ਜੀ ਹੇਠਾਂ ਬੈਠ ਗਏ ਜੀ।
ਤੇ ਫਿਰ ਬੈਠੇ ਸਮੁਖ ਆਨੰਦ ਬਿਲੰਦ। ਸਾਈਂ ਮੀਆਂ ਮੀਰ ਜੀ ਸਤਿਗੁਰੂ ਜੀ ਦੇ ਸਾਹਮਣੇ ਬੈਠੇ ਤੇ ਸਤਿਗੁਰੂ ਜੀ ਸਾਈਂ ਜੀ ਦੇ ਸਾਹਮਣੇ ਬੈਠੇ ਤੇ ਆਨੰਦ ਵੱਧ ਰਿਹਾ ਜੀ। ਮੈਂ ਪਹਿਲਾਂ ਬੇਨਤੀ ਕੀਤੀ, ਕੁਝ ਰੱਬ ਦੇ ਪਿਆਰੇ ਐਸੇ ਹੁੰਦੇ ਜਿਨ੍ਹਾਂ ਨੂੰ ਮਿਲ ਕੇ ਖੁਸ਼ੀ ਮਿਲਦੀ ਜੀ ਬੰਦੇ ਨੂੰ ਜੀ ਕਰਦਾ ਬਾਰ-ਬਾਰ ਮਿਲ ਗਿਆ ਜੀ। ਸੁੱਖ ਆਨੰਦ ਅੰਦਰ ਦਾ ਵੱਧਦਾ ਹੈ। ਸਾਈਂ ਜੀ ਬੈਠੇ, ਬਹੁਤ ਸੁੱਖ ਮਿਲ ਰਿਹਾ ਜੀ। ਹਾਂਜੀ। ਪੀਰ ਬਿਲੋਚਨ ਥਿਰੇ ਚਕੋਰਾ। ਸ਼੍ਰੀ ਹਰਗੋਬਿੰਦ ਕੁਲ ਚੰਦ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲ ਵੇਖੀ ਜਾਂਦੇ। ਪੀਰ ਬਿਲੋਚਨ ਥਿਰੇ ਚਕੋਰਾ, ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਹਾਲੇ। ਭਾਈ ਗੁਰਦਾਸ ਸਾਹਿਬ ਜੀ ਲਿਖਦੇ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਭਾਈ ਗੁਰਦਾਸ ਜੀ ਲਿਖਦੇ ਆ, ਚੰਦ ਦਾ ਚਕੋਰ ਨਾਲ, ਵਾਹਿਗੁਰੂ ਚਕੋਰ ਦੀ ਚੰਦ ਨਾਲ ਪ੍ਰੀਤੀ ਹੈਗੀ ਜੀ, ਚਕੋਰ ਦੀ ਚੰਦ ਨਾਲ ਹੈਗੀ ਜੀ। ਤੇ ਚਕੋਰ ਜਦੋਂ ਚੰਦ ਵੱਲ ਵੇਖਦੀ ਤੇ ਅੱਖ ਵੀ ਨਹੀਂ ਝਮਕਦੀ, ਵੇਖੀ ਜਾਂਦੀ ਜੀ। ਸਾਈਂ ਮੀਆਂ ਮੀਰ ਜੀ ਚਕੋਰ ਦੀ ਨਿਆਈ ਤੇ ਸਤਿਗੁਰੂ ਜੀ ਚੰਦ ਦੀ ਨਿਆਈ ਨੇ ਜੀ। ਸ਼੍ਰੀ ਹਰਗੋਬਿੰਦ ਕੁਲ ਚੰਦ, ਪੀਰ ਬਿਲੋਚਨ ਥਿਰੇ ਚਕੋਰਾ, ਕਰਹੇ ਬਿਲੋਕਨ ਕੋ ਮਿਲ ਜੋਰਾ। ਪੀਰ ਜੀ ਬੈਠੇ ਬਜ਼ੁਰਗ ਨੇ ਜੀ ਤੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੇ ਤੇ ਸ਼ਾਮਾਂ ਦਾ ਹੀ ਸਮਾਂ ਜੀ, ਇਹੋ ਹੀ ਸਮਾਂ ਜੀ। ਤੇ ਪੀਰ ਜੀ ਅੱਖ ਵੀ ਨਹੀਂ ਝਮਕਦੇ ਸੀ। ਹਾਂਜੀ। ਕਹੋ ਪੀਰ ਜੀ ਬ੍ਰਿਤ ਕਹਿ ਤੀਕ। ਤੇ ਹੁਣ ਗੱਲਾਂ ਚੱਲੀਆਂ ਜੀ। ਆਖੋ ਇੱਕ ਵਾਰੀ ਸਾਰੇ। ਦਿਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਦਿਨ ਦੁਨੀ ਦਾ ਪਾਤਸ਼ਾਹ, ਦਿਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਦਿਨ ਦੁਨੀ ਦਾ ਪਾਤਸ਼ਾਹ, ਦਿਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ। ਸਾਧ ਸੰਗਤ ਜੀ, ਦੀਨ ਦੁਨੀ ਦਾ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸਾਈਂ ਮੀਆਂ ਮੀਰ ਜੀ ਨੂੰ ਪੁੱਛਣ ਲੱਗੇ, ਪੀਰ ਜੀ ਅਵਸਥਾ ਕਿੱਥੋਂ ਕੁ ਤੱਕ ਗਈ ਹੈ? ਅਜੇ ਕਿ ਮਹਾਰਾਜ ਪਹਿਲਾਂ ਹੀ ਬਾਬਾ ਬੁੱਢਾ ਜੀ ਨੂੰ ਕਹਿ ਆਏ ਹੈ ਵੀ ਸਾਈਂ ਮੀਆਂ ਮੀਰ ਜੀ ਬ੍ਰਹਮ ਗਿਆਨੀ ਨੇ, ਬ੍ਰਹਮ ਗਿਆਨੀ ਨੇ। ਫਿਰ ਵੀ ਮਹਾਰਾਜ ਪੁੱਛਦੇ ਆ, ਸਾਈਂ ਜੀ, ਪੀਰ ਜੀ, ਕਹੋ ਪੀਰ ਜੀ ਬ੍ਰਿਤ ਕਹਿ ਤੀਕ, ਕਿੱਥੋਂ ਤੱਕ ਬਿਰਤੀ ਗਈ ਤੁਹਾਡੀ ਅਵਸਥਾ, ਕਿੱਥੋਂ ਕੁ ਤੱਕ ਗਈ? ਪੁੱਛਣਾ ਚਾਹੀਦਾ ਜੀ। ਹਾਂਜੀ। ਹੱਕ ਸਹੀ ਕੀਨਸ ਤਹਿਕੀਕ। ਕਹਿਣ ਲੱਗੇ ਤੁਹਾਡੀ ਬਿਰਤੀ ਨਿਰਣੇ ਕਰਕੇ ਪ੍ਰਭੂ ਤੱਕ ਕਿੱਥੋਂ ਕੁ ਤੱਕ ਪਹੁੰਚ ਗਈ? ਹੱਕ ਨਾਮ ਪਰਮੇਸ਼ਰ ਦਾ ਹੀ ਹੈਗਾ ਜੀ। ਹੱਕਾ ਕਬੀਰ ਕਰੀਮ ਤੂੰ, ਹੱਕ ਤੱਕ। ਹੱਕ ਸਹੀ ਕੀਨਸ ਤਹਿਕੀਕ, ਕੀ ਵਾਕਈ ਪਰਮੇਸ਼ਰ ਤੱਕ ਤੁਹਾਡੀ ਬਿਰਤੀ ਪਹੁੰਚ ਗਈ ਹੈ? ਰੱਬ ਤੱਕ ਪਹੁੰਚ ਹੋਈ ਕਿ ਨਹੀਂ ਹੋਈ? ਆਖੋ ਵਾਹਿਗੁਰੂ ਵਾਹਿਗੁਰੂ। ਸੰਗਤ ਜੀ, ਆਮ ਬੰਦਾ ਨਹੀਂ ਤੇ ਸਵਾਲ ਪੁੱਛਦਾ ਜੀ ਵੀ ਤੇਰੀ ਰੱਬ ਤੱਕ ਪਹੁੰਚ ਹੋਈ ਕਿ ਨਹੀਂ ਹੋਈ ਜੀ। ਹਾਂਜੀ। ਕੌਣ ਅਵਸਥਾ ਕੋ ਰਸ ਲੇਤ। ਪੀਰ ਜੀ ਕਿਸ ਅਵਸਥਾ ਦਾ ਰਸ ਲੈਂਦੇ ਹੋ? ਭਾਵ ਕਿਹੜੀ ਅਵਸਥਾ ਨੂੰ ਮਾਣਦੇ ਹੋ? ਮਨ ਪਰ ਕੈਸੇ ਰਹੋ ਸੁਚੇਤ। ਤੇ ਆਪਣੇ ਮਨ ਪ੍ਰਤੀ ਕਿੰਨਾ ਕੁ ਸੁਚੇਤ ਰਹਿੰਦੇ ਹੋ? ਵੈਸੇ ਨੌਜਵਾਨ ਕਥਾ ਘੱਟ ਸੁਣਦੇ ਆ ਜੀ, ਕੋਈ ਵਿਰਲਾ ਨੌਜਵਾਨ ਹੋਏਗਾ ਰੱਬ ਦੀ ਮਿਹਰ ਵਾਲਾ ਜਿਹੜਾ ਕਥਾ ਸੁਣੇ ਜੀ। ਸੁਣਨੀ ਚਾਹੀਦੀ ਜੀ। ਮਨ ਤੇ ਕਿੰਨਾ ਕੁ ਕੰਟਰੋਲ ਹੈਗਾ ਕਹਿੰਦੇ ਤੁਹਾਡਾ? ਹਾਂਜੀ। ਨਾਸ਼ ਵਾਸ਼ਨਾ ਕੋ ਉਰ ਹੋਵਾ। ਕੀ ਤੁਹਾਡੇ ਅੰਦਰ ਦੀਆਂ ਵਾਸ਼ਨਾਵਾਂ ਦਾ ਨਾਸ ਹੋ ਗਿਆ? ਵਕਾਰ ਤੇ ਨਹੀਂ ਪੈਦਾ ਹੁੰਦੇ? ਵਾਸ਼ਨਾ ਕਿੰਨੀ ਕੁ ਪ੍ਰਬਲ ਹੈਗੀ ਹੈ? ਨਾਸ਼ ਹੋ ਗਿਆ ਵਾਸ਼ਨਾ ਦਾ? ਵਾਸ਼ਨਾ ਨਹੀਂ ਤੇ ਆਮ ਬੰਦੇ ਨੂੰ ਟਿਕਣ ਦਿੰਦੀ। ਆਖੋ ਵਾਸ਼ਨਾ ਨਹੀਂ ਟਿਕਣ ਦਿੰਦੀ ਜੀ।
ਮੈਂ ਬਹੁਤ ਛੋਟਾ ਜਿਹਾ ਸਾਂ ਜੀ। ਮਹਾਂਪੁਰਖਾਂ ਨੇ ਇਸ ਪ੍ਰਸੰਗ ਦੀ ਕਥਾ ਸੁਣੀ ਕੀਤੀ ਜੀ, ਬਾਬਾ ਜੀ ਹੋਣਾ ਮਹਾਂਪੁਰਖਾਂ ਨੇ, ਤੇ ਮੈਨੂੰ ਵਾਸ਼ਨਾ ਦਾ ਮਤਲਬ ਨਹੀਂ ਸੀ ਪਤਾ ਹੁੰਦਾ ਜੀ। ਹਾਂਜੀ, ਮਹਾਂਪੁਰਖ ਕਥਾ ਕਰਕੇ ਉੱਠੇ ਤੇ ਲੰਘ ਰਹੇ ਸੀਗੇ, ਤੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਮਹਾਂਪੁਰਖੋ ਵਾਸ਼ਨਾ ਕਿਹਨੂੰ ਕਹਿੰਦੇ ਹੈ, ਵਾਸ਼ਨਾ ਦਾ ਕੀ ਮਤਲਬ ਹੈਗਾ ਜੀ। ਤੇ ਫਿਰ ਉਹਨਾਂ ਮੈਨੂੰ ਦੱਸਿਆ, ਬਹੁਤ ਥੋੜੇ ਤੇ ਸੌਖੇ ਸ਼ਬਦਾਂ 'ਚ ਹੀ ਸਮਝਾ ਦਿੱਤਾ ਜੀ। ਕਹਿੰਦੇ ਵਾਸ਼ਨਾ ਕਹਿੰਦੇ ਮਨ ਦੇ ਬੁਰੇ ਖਿਆਲਾਂ ਨੂੰ, ਜਿਹੜੇ ਮਨ ਦੇ ਬੁਰੇ ਖਿਆਲਾਤ ਬਣਦੇ ਨਾ ਬੰਦੇ ਦੇ ਮਨ ਦੇ ਅੰਦਰ, ਉਹਨੂੰ ਵਾਸ਼ਨਾ ਕਹਿੰਦੇ ਆ। ਸੰਗਤ ਜੀ, ਇਹ ਤੇ ਹੁਣ ਬੰਦੇ ਨੂੰ ਆਪ ਹੀ ਪਤਾ ਵੀ ਮੈਂ ਵਾਸ਼ਨਾ ਵਾਲਾ ਜਾਂ ਕਿਹੋ ਜਾਏਗਾ ਜੀ, ਤੇ ਜਾਂ ਮੇਰੇ ਮਾਲਕ ਗੁਰੂ ਜੀ ਨੂੰ ਪਤਾ ਸਾਡੇ ਬਾਰੇ ਜੀ। ਗੁਰੂ ਜੀ ਬਖਸ਼ ਲੈਣ ਸਾਨੂੰ, ਆਖੋ ਵਾਹਿਗੁਰੂ ਵਾਹਿਗੁਰੂ। ਨਾਸ਼ ਵਾਸ਼ਨਾ ਕੋ ਉਰ ਹੋਵਾ। ਹਾਂਜੀ, ਮਹਾਰਾਜ ਕਹਿੰਦੇ ਅੰਦਰ ਬੁਰੇ ਖਿਆਲਾਂ ਦਾ ਨਾਸ਼ ਹੋਇਆ ਕਿ ਨਹੀਂ ਹੋਇਆ। ਇਹ ਪੈਦਾ ਹੋ ਜਾਂਦੇ ਜੀ, ਪੈਦਾ ਹੋ ਜਾਂਦੇ ਜੀ। ਇੱਕ ਗੁਰਮੁਖ ਮੈਨੂੰ ਕਹਿੰਦੇ, ਗਿਆਨੀ ਜੀ ਮੇਰੀ ਅਰਦਾਸ ਕਰਿਓ, ਜਦੋਂ ਮੈਂ ਬੈਠਦਾ ਮੇਰੇ ਅੰਦਰ ਬੜੇ ਬੁਰੇ ਖਿਆਲਾਤ ਪੈਦਾ ਹੁੰਦੇ ਆ। ਹਾਂਜੀ, ਤੇ ਮੈਂ ਕਿਹਾ ਭਰਾਵਾ ਸਾਰਿਆਂ ਦਾ ਹੀ ਇਹੋ ਹਾਲ ਹੈਗਾ, ਆਪੇ ਆਪਣੀ ਅਰਦਾਸ ਕਰ, ਆਖੋ ਵਾਹਿਗੁਰੂ। ਆਪੇ ਹੀ ਤਰਲਾ ਲੈ ਸੱਚੇ ਪਾਤਸ਼ਾਹ ਦੇ ਚਰਨਾਂ 'ਚ। ਹਾਂਜੀ, ਇਹ ਵਾਸ਼ਨਾ ਬੰਦੇ ਦਾ ਖਹਿੜਾ ਨਹੀਂ ਤੇ ਛੱਡਦੀ ਜੀ। ਸਤਿਗੁਰੂ ਜੀ ਸਾਈਂ ਜੀ ਨੂੰ ਪੁੱਛ ਰਹੇ, ਸਾਈਂ ਮੀਆਂ ਮੀਰ ਜੀ ਨੂੰ, ਨਾਸ਼ ਵਾਸ਼ਨਾ ਕੋ ਉਰ ਹੋਵਾ, ਅੰਦਰੋਂ ਮਾੜੇ ਖਿਆਲਾਤ ਬਣਨੇ ਬੰਦ ਹੋਏ ਕਿ ਨਹੀਂ ਹੋਏ, ਕਹਿਣ ਲੱਗੇ। ਹਾਂਜੀ, ਆਤਮ ਆਨੰਦ ਕਹੋ ਕਸ ਜੋਵਾ। ਆਤਮ ਜਿਹੜਾ ਆਨੰਦਮਈ ਕਿਵੇਂ ਅਨੁਭਵ ਕਰਦੇ ਆ, ਅੰਦਰ ਕਿੰਨਾ ਕੁ ਆਨੰਦ ਪੈਦਾ ਹੁੰਦਾ ਨਾਮ ਜਪਣ ਲੱਗਿਆ, ਆਤਮਾ ਕਿੰਨੇ ਕੁ ਆਨੰਦ 'ਚ ਰਹਿੰਦੀ ਹੈ। ਹਾਂਜੀ, ਮੀਆਂ ਮੀਰ ਜੋ ਧੀਰ ਗੰਭੀਰ। ਤੇ ਸਾਈਂ ਮੀਆਂ ਮੀਰ ਜੀ ਬੜੇ ਧੀਰਜਵਾਨ ਤੇ ਗੰਭੀਰ ਸਾਧੂ ਗੁਰਮੁਖ ਬ੍ਰਹਮ ਗਿਆਨੀ ਨੇ। ਚੇਤਾ ਰੱਖਿਓ, ਜਿਸ ਬੰਦੇ ਦੀ ਅਜੇ ਅਵਸਥਾ ਨਵੀਂ ਨਵੀਂ ਬਣੀ ਤੋਂ ਗੰਭੀਰ ਨਹੀਂ ਨਾ ਹੈਗਾ ਜੀ, ਤੇ ਲੋਕਾਂ 'ਚ ਰੌਲਾ ਪਾ ਪਾ ਕੇ ਤੇ ਸਭ ਕੁਝ ਗਵਾ ਬਹਿੰਦਾ ਜੀ। ਉਹ ਜੀ ਰੌਲਾ ਪਾਉਂਦਾ, ਮੈਂ ਤੇ ਹੁਣ ਮੇਰਾ ਇੰਨਾ ਘੰਟੇ ਮੈਂ ਨਾਮ ਜਪਦਾ, ਮੇਰਾ ਇੰਨਾ ਧਿਆਨ ਲੱਗਣ ਲੱਗ ਪਿਆ, ਗਵਾ ਬੈਠਦਾ ਜੀ। ਉਹ ਸਾਈਂ ਜੀ ਬੜੇ ਧੀਰਜਵਾਨ ਨੇ ਜੀ, ਬੜੇ ਸਿਆਣੇ ਨੇ ਜੀ। ਸੁਨ ਕਰ ਉਚਰਤ ਬਚ ਗੁਰ ਤੀਰ। ਤੇ ਮਹਾਰਾਜ ਜੀ ਦੇ ਬਚਨ ਸੁਣ ਕੇ ਨਾ ਜੀ, ਤੇ ਸਾਈਂ ਮੀਆਂ ਮੀਰ ਜੀ ਸਤਿਗੁਰੂ ਜੀ ਨੂੰ ਉੱਤਰ ਦੇਣ ਲੱਗੇ ਜੀ। ਕਿਰਪਾ ਆਪ ਕੀ ਜਿਸ ਪਰ ਹੋਤ, ਹਾਂਜੀ, ਤਿਸ ਕੋ ਨਿਸ਼ਚੈ ਹੱਕ ਉਦੋਤ। ਆਖੋ ਵਾਹਿਗੁਰੂ। ਤੇ ਸਾਈਂ ਮੀਆਂ ਮੀਰ ਜੀ ਨੇ ਆਪਣੀ ਕੋਈ ਗੱਲ ਨਹੀਂ ਕੀਤੀ, ਬੜਾ ਸੋਹਣਾ ਉੱਤਰ ਦਿੱਤਾ। ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਮਹਾਰਾਜ ਪੀਰ ਜੀ, ਜਿਸ ਉੱਤੇ ਤੁਹਾਡੀ ਕਿਰਪਾ ਹੋ ਜਾਂਦੀ ਉਹਨੂੰ ਰੱਬ ਦੀ ਪ੍ਰਾਪਤੀ ਹੋ ਜਾਂਦੀ, ਕਹਿੰਦੇ। ਹਾਂਜੀ, ਮਹਾਰਾਜ ਨੇ ਪੁੱਛਿਆ ਵੀ ਰੱਬ ਮਿਲ ਗਿਆ, ਰੱਬ ਤੱਕ ਪਹੁੰਚ ਹੋਈ ਕਿ ਨਹੀਂ ਹੋਈ, ਮਾੜੇ ਖਿਆਲਾਤ ਬਣਨੇ ਬੰਦ ਹੋਏ ਕਿ ਨਹੀਂ ਹੋਏ, ਮਨ ਕਿਹੜੀ ਅਵਸਥਾ ਵਿੱਚ ਰਹਿੰਦਾ ਹੈ। ਤੇ ਸਾਈਂ ਜੀ ਨੇ ਨਿਮਰਤਾ ਨਾਲ ਉੱਤਰ ਦਿੱਤਾ ਜੀ। ਅਸਲ ਵਿੱਚ ਨਾ, ਮੈਨੂੰ ਮਾਫ ਕਰਿਓ, ਬਹੁਤ ਸਾਰੇ ਬੰਦਿਆਂ ਨੂੰ ਗੱਲਬਾਤ ਕਰਨ ਦਾ ਪਤਾ ਹੀ ਨਹੀਂ ਲੱਗਦਾ ਜੀ, ਪਤਾ ਹੀ ਨਹੀਂ ਲੱਗਦਾ। ਉਹ ਅੱਗੋਂ ਫਿਰ ਦੱਸਣ ਲੱਗ ਪੈਂਦੇ ਜੀ, ਮੈਂ ਅੱਜ ਕੱਲ੍ਹ ਤੁਰੇ ਹੀ ਕੇ ਪਿੱਛੇ ਜੇ ਜੀ, ਹਾਂਜੀ, ਸੁਰਨ ਅਵਸਥਾ 'ਚ ਪਹੁੰਚ ਗਿਆ, ਮੈਂ ਅਨਹਦ ਨਾਦ ਤੱਕ ਪਹੁੰਚ ਗਿਆ, ਮੈਂ ਇਸ ਅਵਸਥਾ 'ਚ ਪਹੁੰਚ ਗਿਆ, ਮੈਂ ਦਸਮ ਦੁਆਰ 'ਚ ਪਹੁੰਚ ਗਿਆ। ਨਹੀਂ, ਇਹਦਾ ਰੌਲਾ ਨਹੀਂ ਪਾਉਣਾ। ਇਹ ਰੌਲਾ ਪਾਉਣ ਵਾਲੀਆਂ ਤੇ ਗੱਲਾਂ ਹੀ ਨਹੀਂ ਹੈਗੀਆਂ ਜੀ। ਸਾਈਂ ਮੀਆਂ ਮੀਰ ਧੀਰਜਵਾਨ ਸਿਆਣੇ ਸਾਈਂ ਮੀਆਂ ਮੀਰ ਜੀ ਨੇ ਉੱਤਰ ਦਿੱਤਾ। ਸਾਈਂ ਮੀਆਂ ਮੀਰ ਜੀ ਕਹਿੰਦੇ, ਮਹਾਰਾਜ ਜਿਹਦੇ ਤੇ ਤੁਸੀਂ ਕਿਰਪਾ ਕਰਦੇ ਉਹਨੂੰ ਰੱਬ ਨਾਲ ਮਿਲਾਪ ਹੁੰਦਾ ਉਹਦਾ। ਹਾਂ, ਜਹ ਜਹ ਮਿਥਿਆ ਤਜ ਤਜ ਤਹਾਂ, ਰਹਾ ਏਕ ਜੋ ਜਾਏ ਨਾ ਕਹਾ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਫਿਰ ਆਖੋ ਵਾਹਿਗੁਰੂ। ਕਹਿੰਦੇ ਜਿੱਥੇ ਕਿੱਥੇ
ਝੂਠ ਨੂੰ ਛੱਡ ਕੇ ਇੱਕ ਦੇ ਹੋ ਰਹੇ ਹਾਂ ਜਿਹੜਾ ਹੋਰ ਕਿਤੇ ਨਹੀਂ ਜਾਂਦਾ। ਹਾਂਜੀ, ਭਾਵ ਸਾਈਂ ਮੀਆਂ ਮੀਰ ਜੀ ਕਹਿੰਦੇ ਵੀ ਲੋਕਾਂ ਦਾ ਖਹਿੜਾ ਛੱਡ ਕੇ ਤੇ ਤੁਹਾਡੀ ਕਿਰਪਾ ਨਾਲ ਰੱਬ ਨਾਲ ਹੀ ਜੁੜੇ ਆ, ਖੁਦਾ ਨਾਲ ਹੀ ਜੁੜੇ ਆ। ਹਾਂਜੀ। ਮਨ ਬਾਣੀ ਕੋ ਵਿਸ਼ੈ ਨ ਹੋਵਤ, ਸੁਨਹਿ ਨ ਸ਼ਰਵਨ ਆਂਖ ਨਹਿ ਜੋਵਤ। ਬਾਕੀ ਸੱਚੇ ਪਾਤਸ਼ਾਹ ਗਰੀਬ ਨਵਾਜ ਉਹ ਵਾਹਿਗੁਰੂ ਮਨ ਬਾਣੀ ਦਾ ਵਿਸ਼ਾ ਨਹੀਂ ਹੈਗਾ, ਗੱਲਾਂ ਦਾ ਵਿਸ਼ਾ ਨਹੀਂ ਹੈਗਾ। ਮਹਾਰਾਜ ਤੁਸੀਂ ਜਾਣਦੇ ਹੋ ਸੱਚੇ ਪਾਤਸ਼ਾਹ ਜਿਹਨੇ ਅੱਖਾਂ ਨਾਲ ਵੇਖਿਆ ਵੀ ਨਹੀਂ ਜਾ ਸਕਦਾ ਜੀ। ਹਾਂਜੀ। ਸੋ ਸਰੂਪ ਲਖ ਹਉਮੈ ਤਿਆਗੀ, ਥਿਰੀ ਬ੍ਰਿਤ ਏਕੈ ਲਿਵ ਲਾਗੀ। ਸੱਚੇ ਪਾਤਸ਼ਾਹ ਉਹ ਵਾਹਿਗੁਰੂ ਜਿਹੜਾ ਮਨ ਬਾਣੀ ਦਾ ਵਿਸ਼ਾ ਨਹੀਂ ਹੈਗਾ, ਜਿਹੜਾ ਅੱਖਾਂ ਤੋਂ ਵੇਖਦਾ ਨਹੀਂ ਹੈ, ਉਹਦਾ ਨਿੱਜੀ ਸਰੂਪ ਤੁਹਾਡੀ ਕਿਰਪਾ ਨਾਲ ਮੈਨੂੰ ਪਤਾ ਲੱਗ ਗਿਆ। ਕਹਿਣ ਲੱਗੇ ਤੁਹਾਡੀ ਕਿਰਪਾ ਨਾਲ ਹੀ ਲੱਗਾ। ਹਉਮੈ ਛੱਡ ਕੇ ਤੇ ਉਸ ਸਰੂਪ ਵਿੱਚ ਮੇਰੀ ਬਿਰਤੀ ਟਿਕੀ ਰਹਿੰਦੀ ਹੈ। ਭਾਵ ਪਰਮੇਸ਼ਰ 'ਚ ਬਿਰਤੀ ਟਿਕੀ ਰਹਿੰਦੀ ਤੁਹਾਡੀ ਕਿਰਪਾ ਨਾਲ। ਹਾਂਜੀ। ਪਰਾ ਰਬਦ ਬਸ ਤਨ ਇਹੋ ਥਿਰੇ, ਲਹੈ ਅਜਤਨ ਸੋ ਭੁਗਤਨ ਕਰੈ। ਆਖੋ ਵਾਹਿਗੁਰੂ। ਤੇ ਕਹਿਣ ਲੱਗੇ ਵੀ ਥਿਰੀ ਬ੍ਰਿਤ ਏਕੈ ਲਿਵ ਲਾਗੀ, ਮੇਰੀ ਬਿਰਤੀ ਇੱਕ ਵਾਹਿਗੁਰੂ 'ਚ ਲੱਗੀ ਤੁਹਾਡੀ ਕਿਰਪਾ ਨਾਲ। ਬਾਕੀ ਪਰਾ ਰਬਦ ਬਸ ਤਨ ਇਹੋ ਥਿਰੈ, ਪਰਾ ਲਬਦ ਹੈਗੀ ਆ, ਉਹਦੇ ਕਰਕੇ ਏਡੀ ਬਜ਼ੁਰਗੀ ਦੀ ਉਮਰ ਭੋਗਣੇ ਆ। ਆਖੋ ਵਾਹਿਗੁਰੂ। ਸੰਗਤ ਜੀ ਇੱਕ ਗੱਲ ਧਿਆਨ ਨਾਲ ਸੁਣਿਓ, ਬੜੇ ਕੰਮ ਦੀ ਜੇ। ਬੈਠਿਆਂ 15 ਸਵਾਸ ਬੰਦੇ ਦੇ ਜਾਂਦੇ 1 ਮਿੰਟ 'ਚ ਜੀ। ਬੈਠਿਆਂ 15 ਸਵਾਸ ਜੀ, ਦੌੜਿਆਂ 24 ਸਵਾਸ ਜੀ, ਤੁਰਿਆਂ ਫਿਰਿਆਂ 1 ਮਿੰਟ 'ਚ ਜੀ। ਤੇ ਸਾਧ ਸੰਗਤ ਜੀ ਜਦੋਂ ਬੰਦਾ ਸੌਂਦਾ ਹੈ ਨਾ ਉਦੋਂ 30 ਸਵਾਸ ਜਾਂਦੇ ਆ ਜੀ। 1 ਮਿੰਟ 'ਚ 30 ਸਵਾਸ ਵਿਅਰਥ ਹੋ ਗਏ ਜੀ। ਤੇ ਜਦੋਂ ਬੰਦਾ ਵਕਾਰੀ ਹੋ ਕੇ ਵਕਾਰ ਭੋਗਦਾ ਨਾ ਉਦੋਂ 64 ਸਵਾਸ ਬੰਦੇ ਦੇ ਵਿਅਰਥ ਹੁੰਦੇ ਆ ਜੀ 1 ਮਿੰਟ ਵਿੱਚ ਜੀ। ਰੱਬ ਦੇ ਪਿਆਰੇ ਸਮਝ ਲੈਂਦੇ ਆ, ਇਸ ਕਰਕੇ ਫਿਰ ਉਹ ਨਾਮ ਵਿੱਚ ਧਿਆਨ ਜ਼ਿਆਦਾ ਦਿੰਦੇ, ਬੈਠੇ ਰਹਿੰਦੇ ਤੇ ਨਾਮ ਜਪਦੇ ਰਹਿੰਦੇ ਜੀ। ਤੇ ਰੱਬ ਨੇ ਸਾਡੀ ਉਮਰ ਜਿਹੜੀ ਹੈ ਨਾ ਉਹ ਸਾਧ ਸੰਗਤ ਜੀ ਸਾਲਾਂ ਦੇ ਨਾਲ ਨਹੀਂ ਦਿੱਤੀ ਜੀ। ਵੀ ਤੂੰ 60 ਸਾਲ ਜਿਉਂਦਾ ਰਹਿਣਾ ਤੇ ਤੂੰ 70 ਸਾਲ ਜਿਉਂਦੇ ਰਹਿਣਾ, ਰੱਬ ਨੇ ਸਾਡੀ ਉਮਰ ਇਸ ਤਰ੍ਹਾਂ ਨਹੀਂ ਲਿਖੀ ਜੀ। ਰੱਬ ਨੇ ਫਿਰ ਉਮਰ ਕਿਵੇਂ ਲਿਖੀ ਹੈ? ਪਰਮੇਸ਼ਰ ਨੇ ਸਾਡੇ ਸਵਾਸ ਲਿਖੇ ਨੇ ਜੀ। ਆਖੋ ਸ੍ਰੀ ਵਾਹਿਗੁਰੂ। ਹੁਣ ਜਿਹੜਾ ਤੇ ਬੈਠਦਾ ਜੀ, ਭਜਨ ਕਰਦਾ, ਸਿਮਰਨ ਕਰਦਾ, ਤੇ ਕਿਉਂ ਬੈਠਿਆਂ 1 ਮਿੰਟ 'ਚ 15 ਸਵਾਸ ਜਾਣਗੇ ਜੀ। ਤੇ ਉਹਦੀ ਉਮਰ ਤੇ ਆਪੇ ਹੀ ਲੰਬੀ ਹੋਣੀ ਹੈ ਜੀ। ਹਾਂਜੀ, ਉਹਦੀ ਉਮਰ ਲੰਬੀ ਹੋਣੀ ਹੈ ਜੀ। ਤੇ ਜਿਹੜਾ ਅੱਤ ਦਾ ਵਕਾਰੀ ਆ ਕਈ ਵਾਰੀ ਛੋਟੀ ਉਮਰ 'ਚ ਤੁਰ ਪੈਂਦਾ ਜੀ ਉਹ ਜੀ। ਤੇ ਰੱਬ ਦੇ ਪਿਆਰੇ ਸੌਂਦੇ ਵੀ ਘੱਟ ਹੈਗੇ ਜੀ। 1 ਮਿੰਟ 'ਚ 30 ਸਾਹ ਬੰਦੇ ਦੇ ਜਾਂਦੇ ਤੇ ਜਦੋਂ ਬੰਦਾ ਸੌਂਦਾ ਹੈ ਜੀ। ਖਾਣ ਲੱਗਿਆਂ ਵੀ ਜ਼ਿਆਦਾ ਜਾਂਦੇ ਆ, ਪਰ ਚਲੋ ਖਾਣਾ ਤਾਂ ਪੈਂਦਾ ਹੀ ਹੈ। ਦੌੜਦਿਆਂ ਵੀ ਜਾਂਦੇ ਆ, ਸਵਾਸ ਬੜੀ ਤੇਜ਼ੀ ਜਾਂਦੇ ਆ ਸਵਾਸ। ਓਨਾ ਹੀ ਉਮਰ ਦਾ ਘੜਾ ਖਾਲੀ ਹੋਈ ਜਾਂਦਾ ਬੰਦੇ ਦਾ ਜੀ। ਮੈਂ ਵੇਖਿਆ ਜੀ ਨਾਮ ਜਪਣ ਵਾਲੇ ਕਈ ਬੰਦਿਆਂ ਦੀ ਉਮਰ ਬੜੀ ਲੰਬੀ ਹੋਈ ਜੀ। 115 ਸਾਲ ਦੀ ਉਮਰ ਸੀਗੀ ਜੀ। ਇੱਧਰ ਬਾਬਾ ਸਾਵਣ ਸਿੰਘ ਜੀ ਹੈਗੇ ਸੀ ਹਰਿਆਣੇ 'ਚ ਜੀ। 115 ਸਾਲ ਦੀ ਉਮਰ ਜੀ। ਹਰ ਸਮੇਂ ਚੌਂਕੜੇ 'ਚ ਬੈਠੇ ਰਹਿਣਾ ਜੀ। ਇੱਕ ਗੁਰਮੁਖ ਕਹਿੰਦਾ, ਬਾਬਾ ਜੀ ਤੁਹਾਨੂੰ ਨੀਂਦ ਨਹੀਂ ਆਉਂਦੀ? ਤੇ ਉਹ ਕਹਿੰਦੇ ਵੀ ਮੈਂ ਬੈਠਾ ਰਹਿਣਾ, ਨੀਂਦ ਆਉਂਦੀ ਹੈ, ਆਪਣਾ ਕੰਮ ਕਰਕੇ ਚਲੇ ਜਾਂਦੀ, ਪਤਾ ਹੀ ਨਹੀਂ ਲੱਗਦਾ। ਕਹਿੰਦੇ ਬੈਠੇ ਰਹਿੰਦੇ, ਨਾਮ ਜਪਦੇ ਰਹਿੰਦੇ ਸੀਗੇ। ਚੌਂਕੜੇ ਦੇ ਵਿੱਚ ਉਹਨਾਂ ਨੇ ਸਰੀਰ ਤਿਆਗਿਆ ਜੀ, ਚੌਂਕੜੇ 'ਚ ਜੀ। ਤੇ ਕਮਾਲ ਦੀ ਗੱਲ,
ਉਹਨਾਂ ਦਾ ਇਸ਼ਨਾਨ ਵੀ ਚੌਂਕੜੇ 'ਚ ਹੀ ਕਰਾਇਆ ਤੇ ਸੰਸਕਾਰ ਵੀ ਚੌਂਕੜੇ 'ਚ ਕੀਤਾ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਜਦੋਂ ਸੰਸਕਾਰ ਕੀਤਾ ਨਾ ਜੀ ਚਿਖਾ ਤੇ, ਚੌਂਕੜੇ ਸਮੇਤ ਹੀ ਰੱਖਿਆ ਜੀ ਉਹਨਾਂ ਨੂੰ ਜੀ। ਉਂਝ ਹੀ ਸੰਸਕਾਰ ਕੀਤਾ ਉਹਨਾਂ ਦਾ ਜੀ। ਬੜੇ ਬੜੇ ਗੁਰਮੁਖ ਪਿਆਰੇ ਜਿਨ੍ਹਾਂ ਦੀਆਂ ਲੰਮੀਆਂ ਉਮਰਾਂ ਨੇ ਜੀ। ਇਸ ਕਰਕੇ ਨਾਮ ਜਪਣ ਨਾਲ, ਆਰਾਮ ਨਾਲ ਬੈਠਣ ਨਾਲ ਉਮਰ ਵੀ ਲੰਬੀ ਹੋ ਜਾਂਦੀ ਬੰਦੇ ਦੀ ਜੀ। ਬੜੇ ਫਾਇਦੇ 'ਚ ਨਾਮ ਜਪਣ ਦੇ, ਬੜੇ ਹੀ ਫਾਇਦੇ 'ਚ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਖੈਰ ਰਹੋ ਵਿਚਾਰ। ਕਹਿੰਦੇ ਪਰਾ ਰਬਦ ਬਸ ਇਹੋ ਤਨ ਤੇ, ਪਰਾ ਲਬਦ ਬਸ ਤਨ ਇਹੋ ਥਿਰੈ। ਸਾਈਂ ਮੀਆਂ ਮੀਰ ਜੀ ਕਹਿੰਦੇ ਮਹਾਰਾਜ ਪੀਰ ਜੀ, ਸਰੀਰ ਪਰਾ ਰਬਦ ਭੋਗ ਰਿਹਾ, ਆਤਮਾ ਜਿੱਥੇ ਪਹੁੰਚਣੀ ਹੀ ਪਹੁੰਚ ਗਈ ਹੈ। ਕਹਿਣ ਲੱਗੇ ਖੁਦਾ ਤੱਕ ਪਹੁੰਚਣੀ ਸੀ, ਪਹੁੰਚ ਗਈ ਹੈ। ਤੇ ਸਰੀਰ ਤੇ ਕਰਮਾਂ ਕਰਕੇ ਪਰਾ ਰਬਦ ਭੋਗ ਰਿਹਾ। ਲਹੈ ਅਜਤਨ ਸੋ ਭੁਗਤਨ ਕਰੈ, ਬਿਨਾ ਕਿਹੇ ਜਤਨ ਤੋਂ ਹੀ ਇਹ ਸਰੀਰ ਪਰਾ ਰਬਦ ਭੋਗ ਰਿਹਾ। ਹਾਂਜੀ। ਪਾਏ ਪਦਾਰਥ ਹਰਖ ਨਾ ਭਾਨਾ। ਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਜਦੋਂ ਕੋਈ ਪਦਾਰਥ ਮਿਲਦਾ ਤੇ ਮੈਨੂੰ ਖੁਸ਼ੀ ਨਹੀਂ ਹੁੰਦੀ। ਹਾਂਜੀ। ਬਿਨਸ ਗਏ ਕਛ ਸ਼ੋਕ ਨਾ ਮਾਨਾ। ਤੇ ਜਦੋਂ ਕੋਈ ਬਿਨਸ ਜਾਵੇ ਤੇ ਮੈਨੂੰ ਸ਼ੋਕ ਨਹੀਂ ਹੁੰਦਾ, ਦੁੱਖ ਨਹੀਂ ਹੁੰਦਾ ਜੀ। ਸੰਗਤ ਜੀ ਅਸੀਂ ਸੰਸਾਰੀ ਬੰਦੇ ਹੈਗੇ ਆ, ਸਾਨੂੰ ਖੁਸ਼ੀ ਵੀ ਹੁੰਦੀ ਤੇ ਗਮੀ ਵੀ ਹੁੰਦੀ ਹੈ ਜੀ। ਇਹ ਹੁਣ ਬਾਣੀ 'ਚ ਅਵਸਥਾ 'ਚ। ਆਖੋ ਵਾਹਿਗੁਰੂ। ਵਾਹਿਗੁਰੂ। ਹੁਣੇ ਭਾਈ ਸਾਹਿਬ ਹੁਕਮਨਾਮਾ ਲੈ ਰਹੇ ਸੀਗੇ, ਦੁੱਖ ਰੋਗ ਜਰਾ ਮਰਾ ਇਹ ਰੱਬ ਦੇ ਪਿਆਰਿਆਂ ਦੇ ਨੇੜੇ ਨਹੀਂ ਆਉਂਦਾ ਜੀ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ, ਜੋ ਨਰ ਦੁਖ ਮਹਿ ਦੁਖ ਨਹੀਂ ਮਾਨੈ, ਸੁਖ ਸਨੇਹ ਵਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਹ ਅਵਸਥਾ ਸਾਈਂ ਮੀਆਂ ਮੀਰ ਜੀ ਦੀ ਹੈਗੀ ਜੀ। ਸਾਈਂ ਮੀਆਂ ਮੀਰ ਜੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਦੁੱਖ ਨਹੀਂ ਲੱਗਦਾ। ਹਾਂਜੀ। ਬਾਂਸ਼ਤ ਆਪ ਕਰਹਿ ਨਹਿ ਕੋਈ, ਹਾਂਜੀ। ਸਹਜੇ ਹੋਤਾ ਜਾਏ ਸੋ ਹੋਏ। ਤੇ ਮੇਰੀ ਕੋਈ ਮੰਗ ਨਹੀਂ ਹੈਗੀ, ਨਾਮ ਜਪਣ ਦੇ ਮਗਰ ਮੇਰੀ ਕੋਈ ਮੰਗ ਨਹੀਂ ਹੈਗੀ। ਜੋ ਸਹਜੇ ਮਿਲ ਜੇ ਉਹ ਛਕ ਲਈਦਾ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਆਪਾਂ ਵੇਖੀਏ ਸੰਗਤ ਜੀ, ਆਪਣੇ ਬਹੁਤੇ ਬੰਦਿਆਂ ਦੀ ਮੰਗ ਹੁੰਦੀ ਹੈ ਜੀ। ਹਾਂਜੀ। ਕੁਝ ਬੰਦੇ ਇੱਛਾਵਾਂ ਪੂਰੀਆਂ ਕਰਨ ਲਈ ਨਾਮ ਜਪਦੇ ਆ ਤੇ ਮੁਕਤੀ ਨਹੀਂ ਮਿਲਦੀ ਉਹਨਾਂ ਨੂੰ ਜੀ। ਬੜੇ ਧਿਆਨ ਨਾਲ ਸੁਣਿਓ। ਕੁਝ ਬੰਦੇ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਲਈ ਨਾਮ ਜਪਦੇ ਆ ਤੇ ਮੁਕਤੀ ਨਹੀਂ ਮਿਲਦੀ ਉਹਨਾਂ ਨੂੰ ਜੀ। ਹਾਂਜੀ। ਤੇ ਨਾਮ ਜਪਣਾ ਮੁਕਤੀ ਦੀ ਇੱਛਾ ਰੱਖ ਕੇ ਵੀ ਨਹੀਂ, ਬਸ ਨਾਮ ਹੀ ਜਪਣਾ ਜੀ। ਤੇ ਮੁਕਤੀ ਵੀ ਮਿਲ ਜਾਂਦੀ ਤੇ ਇੱਛਾਵਾਂ ਵੀ ਪੂਰੀਆਂ ਹੋ ਜਾਂਦੀਆਂ ਜੀ। ਹਾਂਜੀ। ਕੋਈ ਇੱਛਾ ਵੀ ਨਹੀਂ ਰੱਖਣੀ, ਬਸ ਮਿਹਰ ਹੀ ਮੰਗਣੀ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਕੋਈ ਇੱਛਾ ਨਹੀਂ ਰੱਖਣੀ ਨਾਮ ਜਪਣ ਲੱਗਿਆ ਜੀ। ਬੜੀ ਮਾਲਾ ਫੇਰੀ ਦੀ ਤੇ ਪਿੱਛੇ ਇੱਛਾ ਹੀ ਹੁੰਦੀ ਹੈ ਜੀ, ਤੇ ਉਹਦਾ ਫਿਰ ਫਾਇਦਾ ਘੱਟ ਹੋ ਜਾਂਦਾ ਜੀ। ਨਾਮ ਦੇ ਪ੍ਰਤਾਪ ਨਾਲ ਤੇ ਉਹ ਹੋ ਹੀ ਜਾਣਾ ਜੀ ਸਾਰਾ ਕੁਛ। ਸਾਈਂ ਮੀਆਂ ਮੀਰ ਜੀ ਕਹਿੰਦੇ ਆ, ਕਹਿੰਦੇ ਮਹਾਰਾਜ ਬਾਂਛਤ ਆਪ ਕਰਹਿ ਨਹਿ ਕੋਈ, ਸਹਜੇ ਹੋਤਾ ਜਾਏ ਸੋ ਹੋਈ। ਕਹਿੰਦੇ ਮਹਾਰਾਜ ਮੈਂ ਕੁਝ ਵੀ ਨਹੀਂ ਮੰਗਦਾ ਖੁਦਾ ਕੋਲੋਂ, ਸਹਜੇ ਜੋ ਮਿਲ ਜੇ ਸੋ ਮਿਲ ਜੇ। ਅਵਸਥਾ ਵੀ ਨਹੀਂ ਮੰਗਣੀ ਪਰਮੇਸ਼ਰ ਕੋਲੋਂ ਜੀ, ਵੀ ਮੇਰੀ ਇਹ ਅਵਸਥਾ ਦੇ ਦਿਓ, ਨਹੀਂ। ਸਾਈਂ ਮੀਆਂ ਮੀਰ ਜੀ ਨੇ ਥੋੜੀ ਅਵਸਥਾ ਮੰਗੀ ਜੀ, ਨਾਮ ਜਪਿਆ ਸ਼ੌਂਕ ਨਾਲ ਜੀ। ਹਾਂਜੀ। ਸਗਰੋ ਜਗ ਮਿਥਿਆ ਜਬ ਜਾਨਾ, ਮੂਲ ਹਾਨ ਤੇ ਵਾਸ਼ਨ ਹਾਨਾ। ਤੇ ਗੁਰੂ ਸਾਹਿਬ ਨੇ ਅਖੀਰ ਤੇ ਪੁੱਛਿਆ ਸੀਗਾ ਕਿ ਮਾੜੇ ਖਿਆਲਾਤ ਆਉਣੇ ਬੰਦ ਹੋਏ ਕਿ ਨਹੀਂ ਹੋਏ। ਤੇ ਮਾੜੇ ਖਿਆਲਾਤ ਨੇ ਨਾ ਜਿਹੜੇ ਸਾਧ ਸੰਗਤ ਜੀ, ਉਹ ਇਸੇ ਕਰਕੇ ਆਉਂਦੇ ਆ, ਬੰਦਾ ਸੁੱਖ ਦੂਜੇ ਚੋਂ ਲੱਭਦਾ ਹੈ ਜੀ। ਇਹ ਨਹੀਂ ਪਤਾ ਉਹ ਝੂਠਾ ਤੇ ਅਸਲੀ ਸੁੱਖ ਤੇ ਮੇਰੇ ਅੰਦਰ ਹੈਗਾ ਜੀ। ਅਸਲੀ ਸੁੱਖ ਤਾਂ ਅੰਦਰ ਹੈਗਾ ਜੀ।
ਮਹਾਰਾਜ ਜਦੋਂ ਦਾ ਸੰਸਾਰ ਨੂੰ ਤੇ ਜਗਤ ਨੂੰ ਝੂਠਾ ਹੀ ਸਮਝ ਲਿਆ ਨਾ, ਜਗਤ ਦੀਆਂ ਚੀਜ਼ਾਂ ਨੂੰ, ਉਦੋਂ ਦੇ ਖਿਆਲਾਤ ਮਾੜੇ ਪੈਦਾ ਹੋਣਾ ਬੰਦ ਹੋ ਗਏ ਹੈ। ਹਾਂਜੀ। ਆਨੰਦ ਆਤਮਾ ਕਹਿਓ ਨਾ ਜਾਈ, ਹਾਂਜੀ। ਗੁਰੂ ਭਨਿਓ ਗੂੰਗੇ ਮਠਿਆਈ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ, ਆਤਮਾ ਆਨੰਦ ਚ ਹੈਗੀ ਹੈ। ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਕਿੰਨੇ ਕੁ ਆਨੰਦ ਚ ਹੈਗੀ ਹੈ। ਕੌਣ ਕਹਿ ਰਿਹਾ ਜੀ? ਸਾਈਂ ਮੀਆਂ ਮੀਰ ਜੀ ਕਹਿ ਰਹੇ ਜੀ, ਮੇਰੀ ਆਤਮਾ ਆਨੰਦ ਚ ਹੈਗੀ ਹੈ। ਮਹਾਰਾਜ ਕਹਿੰਦੇ ਹਾਂ, ਇਹਨੂੰ ਦੱਸਣਾ ਇਸੇ ਤਰ੍ਹਾਂ ਹੀ ਜਿਵੇਂ ਗੂੰਗੇ ਨੇ ਮਠਿਆਈ ਖਾਧੀ ਹੋਵੇ ਜੀ। ਗੂੰਗਾ ਖਾਵੇ ਹਾਂ ਖੋਏ ਦੀ ਬਰਫੀ, ਦੱਸ ਥੋੜ੍ਹੀ ਸਕਦਾ ਵੀ ਕਿੰਨੀ ਕੁ ਮਿੱਠੀ ਹੈਗੀ ਹੈ ਜਾਂ ਸਵਾਦ ਹੈਗੀ ਹੈ। ਮਹਾਰਾਜ ਕਹਿੰਦੇ ਸਾਈਂ ਜੀ ਠੀਕ ਹੈ, ਇਹਨੂੰ ਦੱਸਣਾ ਤਾਂ ਇਸੇ ਤਰ੍ਹਾਂ ਹੀ ਹੈ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੂਛੇ ਤੇ ਕਿਆ ਕਹੀਏ, ਨਹੀਂ ਦੱਸਿਆ ਜਾ ਸਕਦਾ। ਹਾਂਜੀ। ਜਿਸ ਪਰ ਕਿਰਪਾ ਆਪ ਕੀ ਹੋਵੇ, ਹਉਮੈ ਮਲ ਗੁਰਮਤਿ ਜਲ ਧੋਵੈ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਤੇ ਸਾਈਂ ਮੀਆਂ ਮੀਰ ਜੀ ਫਿਰ ਹੱਥ ਜੋੜਦੇ ਜੀ। ਮਹਾਰਾਜ ਉੱਚੀ ਥਾਂ ਤੇ ਬੈਠੇ, ਸਾਈਂ ਜੀ ਸਾਹਮਣੇ ਬੈਠੇ। ਸੱਚੇ ਪਾਤਸ਼ਾਹ ਜੀ ਨੂੰ ਸਾਈਂ ਮੀਆਂ ਮੀਰ ਜੀ ਕਹਿੰਦੇ, ਮਹਾਰਾਜ ਸਭ ਕੁਝ ਤੁਹਾਡੀ ਕਿਰਪਾ ਤੇ ਟਿਕਿਆ ਹੈਗਾ ਜੀ। ਬਾਰ-ਬਾਰ ਉਹ ਸਵਾਲ ਕਰਨੇ ਨਹੀਂ, ਸਿੱਧੀ ਗੱਲ ਹੈ, ਗੁਰੂ ਜੀ ਕੋਲੋਂ ਮਿਹਰ ਹੀ ਮੰਗੋ ਜੀ, ਕਿਰਪਾ ਹੀ ਮੰਗੋ ਜੀ। ਹੁਣ ਸਾਈਂ ਮੀਆਂ ਮੀਰ ਜੀ ਤੋਂ ਵੱਧ ਤੇ ਸਿਆਣਾ ਨਹੀਂ ਨਾ ਕੋਈ ਜੀ। ਤੇ ਸਾਈਂ ਜੀ ਕਹਿੰਦੇ ਜਿਸ ਪਰ ਕਿਰਪਾ ਆਪ ਕੀ ਹੋਵੇ, ਸੱਚੇ ਪਾਤਸ਼ਾਹ ਜਿਹਦੇ ਤੇ ਤੁਹਾਡੀ ਕਿਰਪਾ ਹੋ ਜਾਵੇ। ਹਉਮੈ ਮਲ ਗੁਰਮਤਿ ਜਲ ਧੋਵੈ, ਤੁਸੀਂ ਮਿਹਰ ਕਰਦੇ ਹਉਮੈ ਦੀ ਮੈਲ ਗੁਰੂ ਦੀ ਮੱਤ ਦੇ ਨਾਲ ਧੋ ਦਿੰਦੇ ਉਹਦੇ ਅੰਦਰੋਂ। ਨਾ ਭਗਤੀ ਵੱਡੀ ਨਾ ਕਰਮ ਵੱਡੇ, ਸਭ ਤੋਂ ਵੱਡੇ ਗੁਰੂ ਦੀ ਮਿਹਰ ਕਿਰਪਾ। ਜਾਂ ਕਉ ਆਪਣੀ ਕਰੈ ਬਖਸ਼ੀਸ਼, ਤਾਂ ਕਾ ਲੇਖਾ ਨਾ ਗਨੈ ਜਗਦੀਸ਼। ਜਗਦੀਸ਼ ਜਿਹਦੇ ਤੇ ਮਿਹਰ ਹੋ ਜਾਵੇ ਫਿਰ ਰੱਬ ਉਹਦੇ ਕੰਮ ਵੀ ਨਹੀਂ ਵੇਂਦਾ ਜੀ। ਹਾਂਜੀ। ਸੁਨ ਗੁਰ ਭਨਿਓ ਧਨ ਤੁਮ ਕਰਨੀ। ਜਦੋਂ ਪੀਰ ਜੀ ਨੇ ਆਪਣੀ ਅਵਸਥਾ ਦੱਸੀ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਪੀਰ ਜੀ ਧੰਨ ਚ ਤੁਸੀਂ, ਤੇ ਤੁਸੀਂ ਵੀ ਕਹੋ ਧੰਨ ਸਾਈਂ ਮੀਆਂ ਮੀਰ ਜੀ। ਧੰਨ ਸਾਈਂ ਮੀਆਂ ਮੀਰ ਜੀ। ਧੰਨ 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 ਧੰਨ ਸਾਈਂ ਮੀਆਂ ਮੀਰ ਜੀ। ਜਦੋਂ ਸਾਡੇ ਗੁਰੂ ਜੀ ਧੰਨ ਕਹਿ ਰਹੇ, ਅਸੀਂ ਤੇ ਕਹਿਣਾ ਹੀ ਹੈ ਜੀ। ਹਾਂਜੀ। ਆਪ ਤਰੇ ਤਾਰੋ ਸਮਤਰਨੀ। ਵਾਹ ਵਾਹ ਵਾਹ। ਤਰਨੀ ਹੁੰਦੀ ਸਾਧ ਸੰਗਤ ਦੀ ਬੇੜੀ। ਆਖੋ ਵਾਹਿਗੁਰੂ। ਵਾਹਿਗੁਰੂ। ਬੇੜੀ ਨੂੰ ਤਰਨੀ ਕਹਿੰਦੇ ਜੀ। ਮਹਾਰਾਜ ਕਹਿੰਦੇ ਸਾਈਂ ਜੀ ਤੁਸੀਂ ਤੇ ਤਰੇ ਹੀ ਚ, ਹੁਣ ਲੋਕ ਵੀ ਤਾਰੋ ਅੱਗੇ ਬੇੜੀ ਵਾਂਗੂ। ਜਿਹੜਾ ਬੇੜੀ ਚ ਬਵੇ, ਬੇੜੀ ਤਾਰਦੀ ਕਿ ਡੋਬਦੀ ਜੀ? ਤਾਰਦੀ ਹੈਗੀ ਹੈ ਜੀ। ਹਾਂਜੀ। ਇਮ ਆਪਸ ਮੈਂ ਕਰ ਸੰਵਾਦੂ। ਇਸ ਤਰੀਕੇ ਨਾਲ ਸੰਵਾਦ ਹੋਇਆ ਜੀ। ਹਾਂਜੀ। ਦਰਸ਼ਨ ਦੇਤ ਲੇਤ ਅਹਲਾਦੂ। ਦੋਵੇਂ ਹੀ ਸ਼ਬਦ ਲਿਖੇ, ਦਰਸ਼ਨ ਦੇਤ ਲੇਤ ਅਹਲਾਦੂ। ਗੁਰੂ ਜੀ ਨੂੰ ਦਰਸ਼ਨ ਦੇ ਕੇ ਖੁਸ਼ੀ ਹੋਈ ਤੇ ਸਾਈਂ ਮੀਆਂ ਮੀਰ ਜੀ ਨੂੰ ਦਰਸ਼ਨ ਲੈ ਕੇ ਖੁਸ਼ੀ ਹੋਈ, ਕਰਕੇ ਖੁਸ਼ੀ ਹੋਈ ਜੀ। ਪਿਆਰ ਵਾਲਿਆਂ ਨੂੰ ਦਰਸ਼ਨ ਦੇ ਕੇ ਵੀ ਖੁਸ਼ੀ ਹੁੰਦੀ ਸੀ। ਹਾਂਜੀ। ਉਹ ਇੱਕ ਬੰਦਾ ਸੰਤਾਂ ਕੋਲ ਚੱਲਾ ਜੀ, ਤੇ ਨਾਲ ਇੱਕ ਨਿੰਦਕ ਸੀਗਾ। ਕਹਿੰਦਾ ਕਿੱਧਰ ਚੱਲਾਂ? ਕਹਿੰਦਾ ਸੰਤ ਆਏ, ਉਹਨਾਂ ਦੇ ਦਰਸ਼ਨ ਕਰਨ ਚੱਲਾਂ। ਕਹਿੰਦਾ ਫਿਰ ਰਹਿ ਜਾ, ਰੁਕ ਜਾ, ਮੈਂ ਵੀ ਜਾਣਾ ਵੇਖਣਾ ਕਿਹੜੇ ਸੰਤ ਹੈਗੇ। ਤੇ ਉਹ ਜਦੋਂ ਦੋਵੇਂ ਸੰਤਾਂ ਕੋਲ ਪਹੁੰਚੇ ਨਾ ਜੀ, ਹਾਂਜੀ, ਤੇ ਸੰਤ ਪ੍ਰੇਮ ਨਾਲ ਬੈਠੇ। ਪਹਿਲਾ ਬੰਦਾ ਕਹਿੰਦਾ ਮਹਾਂਪੁਰਖੋ ਤੁਹਾਨੂੰ ਮਿਲਣ ਨੂੰ ਬੜਾ ਜੀਅ ਕਰਦਾ ਸੀ। ਸੰਤ ਕਹਿੰਦੇ ਵੀ ਮੇਰਾ ਵੀ ਤੈਨੂੰ ਮਿਲਣ ਨੂੰ ਜੀਅ ਕਰਦਾ ਸੀਗਾ। ਤੇ ਦੂਜਾ ਨਿੰਦਕ ਕਹਿੰਦਾ ਜੀ ਮੇਰਾ ਵੀ ਤੁਹਾਨੂੰ ਮਿਲਣ ਨੂੰ ਬੜਾ ਜੀਅ ਕਰਦਾ ਸੀ ਜੀ। ਸੰਤ ਕਹਿੰਦੇ ਮੇਰਾ ਨਹੀਂ ਤੈਨੂੰ ਮਿਲਣ ਨੂੰ ਜੀਅ ਕਰਦਾ। ਆਖੋ। ਕਹਿੰਦੇ ਮੇਰਾ ਨਹੀਂ ਸੀ ਕਰਦਾ ਤੈਨੂੰ ਮਿਲਣ ਨੂੰ ਜੀ। ਹਾਂ, ਕਿਉਂ? ਉਹ ਸ਼ੋਸ਼ੇਬਾਜ਼ੀ ਸੀਗੀ ਜੀ। ਦਰਸ਼ਨ ਦੇਤ ਲੇਤ ਸੁਖ ਹੋਈ,
ਦਰਸ਼ਨ ਕਰਕੇ ਤੇ ਦੇ ਕੇ ਦੋਵਾਂ ਨੂੰ ਖੁਸ਼ੀ ਹੋਈ ਜੀ। ਹਾਂਜੀ, 4 ਘੜੀ ਬੈਠੇ ਤਹ ਰਹੇ। 4 ਘੜੀਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਸਾਈਂ ਮੀਆਂ ਮੀਰ ਜੀ ਦੇ ਕੋਲ ਬੈਠੇ ਰਹੇ। ਦੀਨ ਦੁਨੀ ਦੇ ਪਾਤਸ਼ਾਹ, ਦੀਨ ਦੁਨੀ ਦਾ 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 ਪਾਤਸ਼ਾਹ। 4 ਘੜੀ ਬੈਠੇ ਤਹ ਰਹੇ। 4 ਘੜੀਆਂ ਫਿਰ ਸੱਚੇ ਪਾਤਸ਼ਾਹ ਉੱਥੇ ਬੈਠੇ ਰਹੇ। ਪਰਮ ਪ੍ਰੇਮ ਬਚ ਸੁਨ ਪੁਨ ਕਹੇ। ਪਰਮ ਪ੍ਰੇਮ ਦੇ ਬਚਨ ਕਹੇ, ਸੁਣੇ ਸਾਧ ਸੰਗਤ ਜੀ। ਬਹੁਤ ਆਨੰਦ ਆਇਆ ਜੀ, ਰੱਬ ਦੀਆਂ ਗੱਲਾਂ ਹੋਈਆਂ ਜੀ। ਹਾਂਜੀ, ਉੱਠੇ ਬਹਰ ਹੀ ਸ਼੍ਰੀ ਹਰਗੋਬਿੰਦ, ਚੱਲਿਓ ਸੰਗ ਹੀ ਪੀਰ ਬਿਲੰਦ। ਗੁਰੂ ਸਾਹਿਬ ਉੱਠੇ ਤੇ ਉੱਠ ਕੇ ਆਪਣੇ ਡੇਰੇ ਵੱਲ ਨੂੰ ਤੁਰੇ ਜੀ, ਤੇ ਸਾਈਂ ਮੀਆਂ ਮੀਰ ਜੀ ਨਾਲ ਹੀ ਤੁਰ ਪਏ ਜੀ। ਆਦਰ ਹੇਤ ਆਏ ਕਰ ਸਾਥ। ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ, ਸਾਈਂ ਜੀ ਤੁਸੀਂ ਬਜ਼ੁਰਗ ਜੇ, ਤੁਸੀਂ ਬੈਠੇ ਰਹੋ। ਸਾਈਂ ਮੀਆਂ ਮੀਰ ਜੀ ਕਹਿੰਦੇ, ਨਹੀਂ ਮਹਾਰਾਜ ਮੈਂ ਤੇ ਤੁਹਾਨੂੰ ਦੂਰ ਤੱਕ ਛੱਡਣ ਜਾਵਾਂਗਾ। ਲੱਗੇ ਅਰੂਢਨ ਹਾਏ ਪਰਨਾਥ। ਤੇ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਿਆਂ ਕਹਿੰਦਿਆਂ ਘੋੜੇ ਤੱਕ ਛੱਡਣ ਆ ਗਏ ਸਾਈਂ ਮੀਆਂ ਮੀਰ ਜੀ। ਸੱਚੇ ਪਾਤਸ਼ਾਹ ਮਾਲਕ ਸਤਿਗੁਰੂ ਜੀ ਘੋੜੇ ਤੇ ਜਦੋਂ ਬੈਠਣ ਲੱਗੇ ਨਾ ਜੀ, ਹਾਂਜੀ, ਬਰਜ ਦਾਸ ਕੋ ਪਹੁੰਚ ਸ਼ਿਤਾਬ, ਜੁਗ ਹਾਥਨ ਸੋ ਗਹੀ ਰਕਾਬ। ਤੇ ਬਰਜ ਦਾਸ ਕੋ ਪਹੁੰਚ ਸ਼ਿਤਾਬ, ਜੁਗ ਹਾਥਨ ਸੋ ਗਹੀ ਰਕਾਬ। ਸਾਈਂ ਮੀਆਂ ਮੀਰ ਜੀ ਨੇ ਸਿੱਖ ਨੂੰ ਕਿਹਾ ਵੀ ਤੂੰ ਰੁਕ ਜਾ, ਤੇ ਜਿੱਥੇ ਮਹਾਰਾਜ ਨੇ ਚਰਨ ਰੱਖਣੀ ਨਾ ਉਹ ਆਪ ਫੜੀ ਦੀ ਫਿਰਦੀ ਘੋੜੇ ਤੇ ਚੜਨ ਵਾਸਤੇ ਰਕਾਬ ਜੀ। ਆਪ ਦੋਵਾਂ ਹੱਥਾਂ ਨਾਲ ਸਾਈਂ ਮੀਆਂ ਮੀਰ ਜੀ ਨੇ ਫੜੀ ਜੀ। ਹਾਂਜੀ, ਸ਼੍ਰੀ ਗੁਰ ਹਰਗੋਬਿੰਦ ਚੜਾਏ, ਤੇ ਸਤਿਗੁਰੂ ਜੀ ਨੂੰ ਆਪ ਘੋੜੇ ਤੇ ਚੜਾਇਆ ਜੀ। ਹਾਂਜੀ, ਫਿਰ ਹੋ ਪੀਰ ਜੀ ਇਸ ਹੀ ਥਾਏ। ਮਹਾਰਾਜ ਕਹਿੰਦੇ ਹੁਣ ਪੀਰ ਜੀ ਹੁਣ ਤੁਸੀਂ ਵੀ ਸਾਡਾ ਬਚਨ ਮੰਨੋ ਤੇ ਇੱਥੇ ਹੀ ਰਹੋ। ਹੁਣ ਤੁਸੀਂ ਸਾਡਾ ਬਚਨ ਮੰਨੋ, ਇੱਥੇ ਹੀ ਰਹਿਣਾ ਤੁਸੀਂ। ਹਾਂਜੀ, ਬਹੁਤ ਤਕਲੀਫ ਆਪ ਕੋ ਹੋਈ, ਬੜੀ ਖੇਚਲ ਕੀਤੀ ਤੁਸੀਂ ਕਹਿਣ ਲੱਗੇ। ਨਮਰੀ ਧੀਰ ਸ਼ਿਮਾ ਬਹੁ ਜੋਈ, ਕਹਿਣ ਲੱਗੇ ਤੁਸੀਂ ਤੇ ਨਿਮਰੇ ਭੂਤ ਚ, ਨਿਮਰਤਾ ਵਾਲੇ ਚ, ਖਿਮਾ ਦੇ ਖਜ਼ਾਨੇ ਚ। ਹਾਂਜੀ, ਮਾਨ ਬਚਨ ਕੋ ਤਹ ਭਾ ਠਾਡੋ। ਤੇ ਸਾਈਂ ਮੀਆਂ ਮੀਰ ਜੀ ਫਿਰ ਬਚਨ ਮੰਨ ਲਿਆ ਜੀ, ਉੱਥੇ ਖਲੋਤੇ ਰਹੇ ਜੀ। ਪਿਖਹਿ ਸਰੂਪ ਪ੍ਰੇਮ ਕਰ ਗਾਢੋ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਰੂਪ ਬਹੁਤੇ ਹੀ ਪ੍ਰੇਮ ਨਾਲ ਵੇਖਦੇ ਰਹੇ ਜੀ। ਹਾਂਜੀ, ਨਮਰ ਪਰਸਪਰ ਹੋਇ ਕਰ ਚੱਲੇ। ਗੁਰੂ ਜੀ ਨੇ ਘੋੜੇ ਤੋਂ ਬੈਠਿਆਂ ਹੀ ਨਮਸਕਾਰ ਕੀਤੀ ਜੀ, ਤੇ ਸਾਈਂ ਜੀ ਨੇ ਥੱਲਿਓਂ ਨਮਸਕਾਰ ਕੀਤੀ ਖਲੋਤਿਆਂ, ਤੇ ਫਿਰ ਮਹਾਰਾਜ ਅੱਗੇ ਚੱਲੇ ਜੀ। ਰਹੇ ਪੀਰ ਜੀ ਤੇ ਸਥਲ ਖਲੇ। ਤੇ ਸਾਧ ਸੰਗਤ ਜੀ ਜਦੋਂ ਮਹਾਰਾਜ ਮੁੜੇ ਨਾ ਜੀ, ਤੇ ਪੀਰ ਜੀ ਉੱਥੇ ਹੀ ਖਲੋਤੇ। ਜਿੰਨਾ ਚਿਰ ਤੱਕ ਮਹਾਰਾਜ ਨਜ਼ਰ ਆਉਂਦੇ ਰਹੇ ਨਾ ਜੀ, ਪੀਰ ਜੀ ਖਲੋਤੇ ਵੇਖਦੇ ਹੀ ਰਹੇ ਜੀ। ਆਖੋ ਵਾਹਿਗੁਰੂ। ਪਿਆਰ ਦੀਆਂ ਗੱਲਾਂ ਹਨ ਸਿਆਰੀਆਂ। ਉੱਥੇ ਖਲੋਤੇ ਵੇਖਦੇ ਹੀ ਰਹੇ ਜੀ। ਇਹ ਨਹੀਂ ਵੀ ਫਟਾਫਟ ਅੰਦਰ ਜਾ ਕੇ ਬਹਿ ਗਏ, ਨਹੀਂ, ਦੂਰ ਤੱਕ ਵੇਖਦੇ ਰਹੇ। ਮੈਂ ਗੁਰਮੁਖਾਂ ਨੂੰ ਵੇਖਿਆ, ਜਿੰਨਾ ਚਿਰ ਤੱਕ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਗੱਡੀ ਲੰਘ ਨਹੀਂ ਨਾ ਜਾਂਦੀ, ਅੱਖਾਂ ਤੋਂ ਓਹਲੇ ਨਹੀਂ ਹੋ ਜਾਂਦੀ, ਉਹਨਾਂ ਚਿਰ ਤੱਕ ਮਹਾਂਪੁਰਖ ਉਹ ਗੱਡੀ ਵੇਖੀ ਜਾਂਦੇ ਹੱਥ ਜੋੜ ਕੇ ਜੀ, ਵੇਖੀ ਜਾਂਦੇ। ਸਤਿਕਾਰ ਹੈ ਨਾ ਜੀ। ਹਾਂਜੀ, ਸਤਿਗੁਰ ਜਾਏ ਬਿਰਾਜੇ ਡੇਰੇ, ਸੋਦਰ ਸੰਧਿਆ ਕਰ ਤਿਸ ਬੇਰੇ। ਤੇ ਫਿਰ ਸਤਿਗੁਰੂ ਗਰੀਬ ਨਵਾਜ ਆਪਣੇ ਡੇਰੇ ਆ ਗਏ, ਭਾਵ ਆਪਣੇ ਸਥਾਨ ਤੇ ਆ ਗਏ, ਤੇ ਸ਼ਾਮ ਨੂੰ ਫਿਰ ਸੋਦਰ ਸਾਹਿਬ ਜੀ ਦਾ ਪਾਠ ਕੀਤਾ। ਤੇ ਅੱਗੋਂ ਪ੍ਰਸੰਗ ਫਿਰ ਕੱਲ ਨੂੰ ਸੁਣਾਂਗੇ। ਇਸ ਤਰੀਕੇ ਨਾਲ ਸੰਗਤ ਜੀ ਪਿਆਰ ਵਾਲਿਆਂ ਦੀ ਮਿਲਣੀ ਹੋਈ, ਪਿਆਰ ਵਾਲਿਆਂ ਦੀ ਜੀ। ਹਾਂਜੀ, ਕਿੰਨਾ ਜੁਗਤ ਮਰਿਆਦਾ ਵੇਖੋ ਮਿਲਦੀ ਹੈ ਕਥਾ ਸੁਣ ਕੇ ਜੀ। ਐਸਾ ਪਿਆਰ ਗੁਰੂ ਜੀ ਸਾਡੇ ਹਿਰਦੇ 'ਚ ਵਸਾਉਣ। ਸਾਈਂ ਜੀ ਉਹਨਾਂ ਚਿਰ ਵੇਖਦੇ ਹੀ ਰਹੇ ਮਹਾਰਾਜ ਨੂੰ, ਜਿੰਨਾ ਚਿਰ ਮਹਾਰਾਜ ਨਜ਼ਰ ਆਉਂਦੇ ਰਹੇ। ਪਿੱਛੋਂ ਖਲੋ ਕੇ ਵੇਖਦੇ ਰਹੇ ਬਜ਼ੁਰਗ ਸ਼ਰੀਰ ਦੀ। ਇਹ ਹੈ ਪਿਆਰ ਜੀ।
ਜਿੱਥੇ ਪਿਆਰ ਉੱਥੇ ਸਮਾਂ ਕੱਢਿਆ ਜਾਂਦਾ, ਜਿੱਥੇ ਪਿਆਰ ਨਹੀਂ ਉੱਥੇ ਸਮਾਂ ਕਿੰਨੇ ਕੱਢਣਾ ਹੈ। ਸੋ ਗੁਰੂ ਜੀ ਮਿਹਰ ਕਰਨ, ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਨਾਮ ਜਪਣ ਦੇ ਆਪਣੇ ਪਿਆਰ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ 2 ਮਿੰਟ